ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜਿਹੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਪਾਈ ਰੇ ਗੁਰਮਤਿ ਸਾਚ ਰਹਾਓ, ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ ਰਹਾਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਅੰਦਰ ਜੋ ਆਪ ਜੀ ਨੇ ਸਰਵਨ ਕੀਤਾ ਹੈ, ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀ ਪਾਵਨ ਪੰਕਤੀ ਦੇ ਵਿੱਚ, ਰਹਾਉ ਵਾਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਭਾਈ ਰੇ ਗੁਰਮਤਿ ਸਾਚ ਰਹਾਉ। ਹੇ ਭਾਈ, ਗੁਰੂ ਦੀ ਮੱਤ ਦੇ ਅਨੁਸਾਰ ਸਾਚ ਜੋ ਸਦੀਵੀ ਸੱਚ ਪਰਮੇਸ਼ਵਰ ਹੈ, ਪਰਮੇਸ਼ਵਰ ਦਾ ਆਸਰਾ ਜਿਹੜਾ ਹੈ ਉਹ ਤੁਸੀਂ ਲਓ। ਰਹਾਉ ਦਾ ਮਤਲਬ ਹੁੰਦਾ ਹੈ ਰੁਕਣਾ। ਇੱਥੇ ਰਹਾਉ ਦਾ ਮਤਲਬ ਹੈ ਕਿ ਰਹੋ, ਸੱਚੇ ਪਰਮੇਸ਼ਵਰ ਦੇ ਨਾਮ ਦੇ ਆਸਰੇ ਰਹੋ। ਇਹ ਸਾਨੂੰ ਬਚਨ ਗੁਰੂ ਦੀ ਮੱਤ ਅਨੁਸਾਰ ਮਿਲਦੇ ਨੇ ਕਿ ਵੱਖ-ਵੱਖ ਥਾਵਾਂ ਤੇ ਭਟਕਣ ਦੀ ਬਜਾਏ, ਵੱਖ-ਵੱਖ ਓਟ ਆਸਰਾ ਲੈਣ ਦੀ ਬਜਾਏ ਤੁਸੀਂ ਇੱਕ ਪਰਮੇਸ਼ਵਰ ਦੇ ਨਾਮ ਦਾ ਆਸਰਾ ਲਓ, ਇੱਕ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਰਹੋ। ਉਹਦੇ ਨਾਲ ਕੀ ਹੋਏਗਾ? ਅਸੀਂ ਇਸ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਅਡੋਲ ਹੋ ਜਾਵਾਂਗੇ। ਪਰਮੇਸ਼ਵਰ ਦੇ ਨਾਮ ਦਾ ਆਸਰਾ ਛੱਡ ਕੇ, ਵਾਹਿਗੁਰੂ ਜੀ ਦੀ ਸ਼ਰਨ ਨੂੰ ਛੱਡ ਕੇ ਵੱਖ-ਵੱਖ ਦੁਆਰੇ ਅਗਰ ਅਸੀਂ ਭਟਕਦੇ ਹਾਂ ਤੇ ਮਨ ਟਿਕੇਗਾ ਨਹੀਂ, ਸਗੋਂ ਮਨ ਡੋਲੇਗਾ। ਮਨ ਦੀ ਭਟਕਣਾ ਵੀ ਵਧੇਗੀ, ਮਨ ਡੋਲੇਗਾ, ਤੇ ਜਿੰਨਾ ਮਨ ਡੋਲੇਗਾ ਉਨੀ ਘਬਰਾਹਟ ਹੋਏਗੀ। ਜਿੰਨਾ ਮਨ ਡਾਵਾਂ ਡੋਲ ਹੋਏਗਾ ਉਨੀ ਘਬਰਾਹਟ, ਤੇ ਜਿੰਨੀ ਘਬਰਾਹਟ ਮਤਲਬ ਉਨੀ ਚਿੰਤਾ ਵਧੇਗੀ। ਤੇ ਗੁਰੂ ਸਾਹਿਬ ਦੀ ਮੱਤ ਸਾਨੂੰ ਕਹਿੰਦੀ ਹੈ, ਅਸਥਿਰ ਰਹੋ ਡੋਲੋ ਮਤ ਕਬਹੂ। ਤੂੰ ਅਸਥਿਰ ਰਹਿ, ਤੂੰ ਡੋਲ ਨਾ। ਪਰ ਇਹ ਕਿਵੇਂ ਹੋ ਸਕਦਾ ਹੈ? ਮਨ ਤੇ ਬਦੋ ਬਦੀ ਡੋਲ ਜਾਂਦਾ ਹੈ।
ਮਨ ਵਿੱਚ ਤੇ ਆਪਣੇ ਆਪ ਘਬਰਾਹਟ ਹੋਣ ਲੱਗ ਜਾਂਦੀ ਹੈ, ਚਿੰਤਾ ਵੱਧ ਜਾਂਦੀ। ਕੋਈ ਵੀ ਗੱਲ ਹੋਵੇ ਮਨ ਘਬਰਾ ਜਾਂਦਾ ਹੈ, ਮਨ ਡੋਲ ਜਾਂਦਾ ਹੈ, ਮਨ ਵਿੱਚ ਚਿੰਤਾ ਆ ਜਾਂਦੀ ਹੈ। ਪਰ ਸਾਹਿਬ ਜੀ ਕਹਿੰਦੇ ਅਸਥਿਰ ਰਹੋ, ਤੂੰ ਅਸਥਿਰ ਰਹਿ, ਡੋਲੋ ਮਤ ਕਬਹੂ, ਤੂੰ ਡੋਲ ਨਾ। ਇਹ ਕਿਵੇਂ ਹੋ ਸਕਦਾ ਹੈ? ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੋ ਗੁਰੂ ਸਾਹਿਬ ਦੀ ਮੱਤ ਦੇ ਰਿਹਾ ਉਸ ਮੱਤ ਅਨੁਸਾਰ ਤੂੰ ਇੱਕ ਦੀ ਸ਼ਰਨ ਵਿੱਚ ਇੱਕ ਦਾ ਆਸਰਾ ਲੈ। ਤੂੰ ਪਤਾ ਨਹੀਂ ਕਿੰਨੀਆਂ ਦਾ ਆਸਰਾ ਮਨ ਵਿੱਚ ਬਣਾ ਕੇ ਬੈਠਾ ਹੈ, ਔਰ ਤੇਰੇ ਡੋਲਣ ਦਾ ਕਾਰਨ ਵੀ ਇਹੀ ਹੈ, ਤੇਰੀ ਚਿੰਤਾ ਦਾ ਵਿਸ਼ਾ ਵੀ ਇਹੀ ਹੈ। ਤੂੰ ਇੱਕ ਦਾ ਆਸਰਾ ਲੈ ਤੇ ਉਹਦਾ ਆਸਰਾ ਲੈ ਜਿਹਦਾ ਆਸਰਾ ਲਿੱਤਿਆਂ ਕਿਸੇ ਹੋਰ ਦੇ ਆਸਰੇ ਦੀ ਲੋੜ ਹੀ ਨਹੀਂ ਪੈਂਦੀ। ਧਰ ਜੀਅਰ ਇੱਕ ਟੇਕ ਤੂੰ ਲਾਹੇ ਬੈਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਤਜੋ ਸਿਆਨਪ ਸੁਰਜਨਹੁ ਸਿਮਰੋ ਹਰ ਹਰ ਰਾਏ ਏਕ ਆਸ। ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਤੇ ਜਿਹਨੇ ਗੁਰੂ ਦੀ ਮੱਤ ਲੈ ਕੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਕਿਹਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਉਹ ਫਿਰ ਡੋਲਦਾ ਨਹੀਂ, ਉਹ ਘਬਰਾਉਂਦਾ ਨਹੀਂ, ਉਹ ਚਿੰਤਤ ਨਹੀਂ ਹੁੰਦਾ। ਇਸ ਲਈ ਸਾਹਿਬ ਜੀ ਕਹਿੰਦੇ ਭਾਈ ਰੇ ਸਭਨਾਂ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਹੋਇਆਂ ਗੁਰਮਤਿ ਸਾਚ ਰਹਾਓ, ਗੁਰੂ ਦੀ ਮੱਤ ਵਿੱਚ ਸੱਚ ਵਿੱਚ ਟਿਕੇ ਰਹੋ। ਸਾਚੋ ਸਾਚ ਕਮਾਵਣਾ ਸਾਚੈ ਸ਼ਬਦ ਮਿਲਾਓ। ਗੁਰੂ ਦੀ ਮੱਤ ਕਹਿੰਦੀ ਹੈ ਵੀ ਤੂੰ ਸ਼ਬਦ ਦਾ ਅਭਿਆਸ ਕਰ, ਸ਼ਬਦ ਦੇ ਦੁਆਰਾ ਤੇਰਾ ਸੱਚ ਨਾਲ ਮਿਲਾਪ ਹੋਣਾ ਹੈ। ਸ਼ਬਦ ਦੇ ਰਾਹੀਂ ਜਦੋਂ ਤੇਰਾ ਸੱਚ ਨਾਲ ਮਿਲਾਪ ਹੋਣਾ ਤੇ ਸੱਚ ਨੂੰ ਕਮਾਉਂਦਿਆਂ ਤੂੰ ਸੱਚ ਵਿੱਚ ਹੀ ਲੀਨ ਹੋ ਜਾਏਗਾ। ਸ਼ਬਦ ਸਾਨੂੰ ਸੱਚ ਕਮਾਉਣ ਵਾਸਤੇ ਕਹਿੰਦਾ, ਝੂਠ ਨਹੀਂ। ਸ਼ਬਦ ਸਾਨੂੰ ਸੱਚ ਦਾ ਸੌਦਾ ਇਕੱਠਾ ਕਰਨ ਨੂੰ ਕਹਿੰਦਾ, ਕੂੜ ਦਾ ਨਹੀਂ। ਸ਼ਬਦ ਸਾਨੂੰ ਸਚਿਆਰ ਬਣਾਉਂਦਾ ਹੈ, ਕੁੜਿਆਰ ਨਹੀਂ। ਇਸ ਲਈ ਜਿਹੜਾ ਸ਼ਬਦ ਨਾਲ ਜੁੜੇਗਾ ਉਹ ਸੱਚ ਨੂੰ ਹੀ ਕਮਾਏਗਾ, ਤੇ ਜਿਹੜਾ ਸ਼ਬਦ ਨਾਲ ਹਜੇ ਤੱਕ ਨਹੀਂ ਜੁੜਿਆ ਉਹ ਬਾਹਰੋਂ ਹੀ ਸ਼ਬਦ ਨੂੰ ਸੁਣ ਰਿਹਾ, ਪੜ੍ਹ ਰਿਹਾ ਜ਼ਰੂਰ ਹੈ, ਪਰ ਅਸਲ ਦੇ ਵਿੱਚ ਹਜੇ ਉਹਨੂੰ ਕਮਾਇਆ ਨਹੀਂ। ਨਾ ਕਮਾਉਣ ਕਰਕੇ ਹਜੇ ਸਚਿਆਰ ਨਹੀਂ ਬਣ ਸਕਿਆ। ਬੜੀ ਵਾਰ ਆਪਾਂ ਵਿਚਾਰਾਂ ਸਾਂਝੀਆਂ ਕਰ ਚੁੱਕੇ ਹਾਂ ਕਿ ਬੜੇ ਸਵਾਲ ਇਹ ਕੀਤੇ ਜਾਂਦੇ ਨੇ ਕਿ ਇੰਨੀ ਬਾਣੀ ਪੜ੍ਹਨ ਵਾਲਾ ਵੀ ਜਿਹੜਾ ਉਹ ਝੂਠ ਬੋਲਦਾ ਹੈ, ਇੰਨੀ ਬਾਣੀ ਪੜ੍ਹਨ ਵਾਲਾ ਵੀ ਕੂੜ ਕੁਫਰ ਤੋਲਦਾ ਹੈ, ਇੰਨੀ ਬਾਣੀ ਪੜ੍ਹਨ ਵਾਲਾ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਵੀ ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਹੈ। ਫਿਰ ਦੋਸ਼ ਕਿਹਨੂੰ ਹੈ? ਦੋਸ਼ ਆਪਣੇ ਆਪ ਨੂੰ ਦੇਣਾ ਪਏਗਾ, ਕਿਉਂਕਿ ਦੋਸ਼ ਸ਼ਬਦ ਵਿੱਚ ਨਹੀਂ ਹੈ। ਸ਼ਬਦ ਤਾਂ ਸਾਨੂੰ ਸੱਚ ਨਾਲ ਜੋੜ ਰਿਹਾ ਹੈ, ਪਰ ਜੇ ਅਸੀਂ ਸੱਚ ਨਾਲ ਹਜੇ ਨਹੀਂ ਜੁੜੇ ਇਹਦਾ ਮਤਲਬ ਅਸੀਂ ਹਜੇ ਸ਼ਬਦ ਨਾਲ ਹੀ ਨਹੀਂ ਜੁੜੇ। ਜਦੋਂ ਸ਼ਬਦ ਨਾਲ ਜੁੜ ਜਾਵਾਂਗੇ ਤੇ ਸਾਡਾ ਕੂੜ ਕਮਾਉਣਾ ਨਹੀਂ ਹੋਏਗਾ, ਸੱਚ ਨੂੰ ਕਮਾਉਣਾ ਹੋਏਗਾ। ਸਾਹਿਬ ਜੀ ਕਹਿੰਦੇ ਸਾਚੋ ਸਾਚ ਕਮਾਵਣਾ ਸਾਚੈ ਸ਼ਬਦ ਮਿਲਾਓ। ਜਿਹੜਾ ਸੱਚਾ ਸ਼ਬਦ ਹੈ ਉਸ ਸ਼ਬਦ ਦੇ ਦੁਆਰਾ, ਸ਼ਬਦ ਦੇ ਰਾਹੀਂ ਸੱਚ ਨਾਲ ਜੁੜ ਕੇ ਸੱਚ ਨੂੰ ਕਮਾਇਆ ਜਾ ਸਕਦਾ ਹੈ। ਇਸ ਲਈ ਭਾਈ ਰੇ ਗੁਰਮਤਿ ਸਾਚ ਰਹਾਓ। ਇਹ ਭਾਈ ਤੂੰ ਗੁਰੂ ਦੀ ਮੱਤ ਲੈ ਕੇ ਸੱਚ ਦੇ ਵਿੱਚ ਟਿਕਣਾ ਕਰ, ਸੱਚ ਦੇ ਨਾਲ ਜੁੜਨਾ ਕਰ,
ਤੇ ਸੱਚ ਨੂੰ ਕਮਾਉਂਦਿਆਂ ਹੋਇਆਂ ਤੂੰ ਸੱਚ ਵਿੱਚ ਲੀਨ ਹੋ ਜਾਏਗਾ। ਇਹ ਰਹਾਉ ਵਾਲੀ ਪੰਕਤੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮਿਲਾਏ ਅਨ, ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮਿਲਾਏ। ਰਹਾਉ ਕੇਂਦਰੀ ਭਾਵ ਨੂੰ ਸਮਝ ਕੇ ਫਿਰ ਅਸੀਂ ਪਹਿਲੇ ਪਦੇ ਵਿੱਚ ਜਿੱਥੋਂ ਸ਼ਬਦ ਦੀ ਆਰੰਭਤਾ ਹੁੰਦੀ ਹੈ ਉਹਨੂੰ ਸਮਝਣ ਦਾ ਯਤਨ ਕਰਨਾ। ਸਾਹਿਬ ਜੀ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ। ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਨਾ, ਇਹ ਸਾਡੇ ਅੰਦਰ ਮੋਹ ਪੈਦਾ ਕਰਦੀ ਹੈ। ਜਿਹੜਾ ਤਾਂ ਇਹਦੀ ਹੱਦ ਵਿੱਚ ਹੈ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤ੍ਰੈ ਗੁਣ ਨੂੰ ਇਕੱਠਾ ਕਰ ਦਈਏ ਤੇ ਇੱਕ ਬਣਦਾ ਹੈ ਮਾਇਆ, ਤ੍ਰੈ ਗੁਣੀ ਮਾਇਆ। ਜਿਹੜਾ ਤਾਂ ਇਹਦੀ ਹੱਦ ਦੇ ਅੰਦਰ ਹੈ, ਰਜ ਗੁਣ ਦੇ, ਤਮ ਗੁਣ ਦੇ, ਸਤ ਗੁਣ ਦੇ, ਜਿਹੜਾ ਇਹਦੀ ਹੱਦ ਦੇ ਅੰਦਰ ਹੈ, ਉਹਦੇ ਅੰਦਰ ਮੋਹ ਹਰ ਵੇਲੇ ਵਿਆਪਦਾ ਰਹਿੰਦਾ ਹੈ। ਕਿਉਂਕਿ ਇਸ ਤ੍ਰੈ ਗੁਣੀ ਮਾਇਆ ਨੇ ਸਾਡੇ ਅੰਦਰ ਮੋਹ ਹੀ ਪੈਦਾ ਕੀਤਾ ਹੈ ਸੰਸਾਰ ਦੇ ਪ੍ਰਤੀ। ਜਦੋਂ ਸੰਸਾਰ ਦੇ ਪ੍ਰਤੀ ਮੋਹ ਪੈਦਾ ਕੀਤਾ ਤੇ ਸਾਡਾ ਨਿਰੰਕਾਰ ਪ੍ਰਤੀ ਪਿਆਰ ਜਿਹੜਾ ਸੀ ਉਹਦੀ ਤੰਦ ਟੁੱਟ ਗਈ। ਬਸ ਇੰਨਾ ਮੋਹ ਸੰਸਾਰ ਨਾਲ ਪੈ ਗਿਆ, ਸੰਸਾਰ ਦੀ ਪਕੜ ਇੰਨੀ ਮਜ਼ਬੂਤ ਹੋ ਗਈ ਕਿ ਹੁਣ ਸੰਸਾਰ ਛੱਡਣ ਨੂੰ, ਤਿਆਗਣ ਨੂੰ ਤਿਆਰ ਨਹੀਂ ਹੈ, ਨਿਰੰਕਾਰ ਨੂੰ ਛੱਡਣ ਵਾਸਤੇ ਤਿਆਰ ਹੈ। ਸੰਸਾਰ ਨੂੰ ਭੁੱਲਣ ਵਾਸਤੇ ਤਿਆਰ ਨਹੀਂ, ਨਿਰੰਕਾਰ ਨੂੰ ਭੁੱਲਣ ਲਈ ਤਿਆਰ। ਔਰ ਭੁੱਲ ਵੀ ਗਿਆ। ਭੁੱਲੇ ਨੂੰ ਹੀ ਚੇਤੇ ਕਰਾਇਆ ਜਾਂਦਾ ਹੈ। ਜਿਹਨੂੰ ਚੇਤੇ ਹੈ ਉਹਨੂੰ ਤੁਸੀਂ ਚੇਤੇ ਕਰਾਉਣ ਦੀ ਕੋਸ਼ਿਸ਼ ਕਰੋਗੇ, ਉਹ ਹੱਥ ਜੋੜ ਕੇ ਕਹੇਗਾ ਵੀ ਮੈਂ ਭੁੱਲਿਆ ਨਹੀਂ, ਮੈਨੂੰ ਚੇਤੇ ਹੈ। ਪਰ ਅਸੀਂ ਮਾਇਆ ਦੀ ਪਕੜ ਵਿੱਚ ਆ ਕੇ ਨਿਰੰਕਾਰ ਨੂੰ ਭੁੱਲ ਗਏ ਤੇ ਭੁੱਲੇ ਹੋਏ ਨੂੰ ਮਾਰਗ ਦਰਸ਼ਨ ਕਰਾਉਣ ਵਾਸਤੇ ਇਹ ਗੁਰਬਾਣੀ ਦਿੱਤੀ ਹੈ। ਤੇ ਜਿਹਨੇ ਭੁੱਲੇ ਹੋਏ ਨੇ ਆਪਣਾ ਰਸਤਾ ਛੱਡ ਕੇ ਅਸਲ ਰਸਤੇ ਤੇ ਆ ਗਿਆ, ਉਹ ਫਿਰ ਸ਼ੁਕਰਾਨਾ ਕਰਦਾ ਹੈ। ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਕਿ ਮੈਂ ਭਾਗਾਂ ਵਾਲਾ ਜੋ ਮੈਨੂੰ ਐਸਾ ਗਿਆਨ ਨਾਲ ਭਰਪੂਰ ਗੁਰੂ ਮਿਲਿਆ, ਜਿਨੇ ਮੈਨੂੰ ਇਸ ਭੁੱਲੇ ਹੋਏ ਨੂੰ ਸਿੱਧੇ ਮਾਰਗ ਤੇ ਪਾਤਾ। ਇਸ ਲਈ ਸਾਹਿਬ ਕਹਿੰਦੇ ਤ੍ਰੈ ਗੁਣ ਮਾਇਆ। ਇਹ ਤ੍ਰੈ ਗੁਣੀ ਜਿਹੜੀ ਮਾਇਆ ਹੈ ਨਾ, ਮੋਹ ਹੈ। ਇਹ ਮੋਹ ਹੈ ਜੋ ਸਾਡੇ ਅੰਦਰ ਮੋਹ ਪੈਦਾ ਹੁੰਦਾ ਹੈ। ਤੇ ਜਿੰਨਾ ਸੰਸਾਰ ਦਾ ਮੋਹ ਹੈ, ਉਨੀ ਚਿੰਤਾ ਵੀ ਜ਼ਿਆਦਾ ਹੈ, ਉਨੇ ਵਿਕਾਰ ਵੀ ਜ਼ਿਆਦਾ ਨੇ। ਅਸੀਂ ਇਸ ਤ੍ਰੈ ਗੁਣ ਮਾਇਆ ਦੀ ਹੱਦ ਤੋਂ ਬਾਹਰ ਨਿਕਲਣਾ ਹੈ, ਇਹਦੇ ਤੋਂ ਉੱਪਰ ਉੱਠਣਾ ਹੈ, ਜਿਹਨੂੰ ਕਹਿੰਦੇ ਆ ਚੌਥੀ ਅਵਸਥਾ, ਸਹਿਜ ਅਵਸਥਾ, ਤੁਰੀਆ ਅਵਸਥਾ, ਜਿਹਦੇ ਵਿੱਚ ਸਾਡਾ ਮਨ ਟਿਕੇਗਾ। ਤ੍ਰੈ ਗੁਣ ਦੇ ਵਿੱਚ ਮਨ ਨਹੀਂ ਟਿਕ ਸਕਦਾ। ਜਿੰਨਾ ਮਰਜ਼ੀ ਅਸੀਂ ਯਤਨ ਕਰ ਲਈਏ, ਮਾਇਆ ਦਾ ਮੋਹ ਜਿਹਦੇ ਅੰਦਰ ਹੋਏਗਾ, ਉਹ ਕਦੇ ਵੀ ਮਨ ਟਿਕਾ ਵਿੱਚ ਨਹੀਂ ਆਏਗਾ। ਕਦੇ ਅੰਦਰ ਦੀ ਬੇਚੈਨੀ ਖਤਮ ਨਹੀਂ ਹੋਏਗੀ, ਪਰੇਸ਼ਾਨੀ ਖਤਮ ਨਹੀਂ ਹੋਏਗੀ। ਜੇ ਅਸੀਂ ਹਰ ਪਰੇਸ਼ਾਨੀ ਵਿੱਚੋਂ ਦੀ ਮੁਕਤ ਹੋਣਾ ਚਾਹੁੰਦੇ ਹਾਂ, ਜੇ ਅਸੀਂ ਚਿੰਤਾ ਤੋਂ ਰਹਿਤ ਹੋਣਾ ਚਾਹੁੰਦੇ ਹਾਂ, ਫਿਰ ਸਾਨੂੰ ਇਹ ਤਿੰਨੇ ਹੱਦਾਂ ਪਾਰ ਕਰਨੀਆਂ ਪੈਣਗੀਆਂ। ਰਜ ਗੁਣ, ਤਮ ਗੁਣ, ਸਤ ਗੁਣ, ਇਹ ਹੱਦਾਂ ਪਾਰ ਕਰਨੀਆਂ ਪੈਣਗੀਆਂ। ਫਿਰ ਚੌਥੀ ਅਵਸਥਾ ਵਿੱਚ ਜਦੋਂ ਆਵਾਂਗੇ, ਉਦੋਂ ਟਿਕਾ ਮਿਲ, ਆਨੰਦ ਵੀ ਉੱਥੇ ਹੀ ਹੈ। ਅਸੀਂ ਜਿਹੜਾ ਆਨੰਦ ਸਮਝੀ ਬੈਠੇ ਹਾਂ ਮਾਇਆ ਦੇ ਮੋਹ ਵਿੱਚ, ਇਹ ਆਨੰਦ ਨਹੀਂ ਹੈ। ਆਨੰਦ ਹੈ ਇਹ ਤਿੰਨਾਂ ਦੀ ਹੱਦ ਨੂੰ ਪਾਰ ਕਰਕੇ ਚੌਥੀ ਅਵਸਥਾ ਦੇ ਵਿੱਚ ਆਉਣਾ। ਉੱਥੇ ਉਹਨੂੰ ਆਨੰਦ ਕਿਹਾ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਸਤ ਗੁਰ ਤਾਂ ਪਾਇਆ। ਸਹਿਜ ਸੇਤੀ, ਸਹਿਜ ਕੀ ਹੈ? ਇਹ ਤਿੰਨਾਂ ਦੀ ਹੱਦ ਤੋਂ ਬਾਹਰ। ਕਿਉਂਕਿ ਤਿੰਨ ਜਿਹੜੀਆਂ ਹੱਦਾਂ ਨੇ, ਰਜ ਗੁਣ, ਤਮ ਗੁਣ, ਸਤ ਗੁਣ,
ਇਹਦੇ ਅੰਦਰ ਤਾਂ ਸਹਿਜ ਹੈ ਹੀ ਨਹੀਂ, ਇਹਦੇ ਅੰਦਰ ਤਾਂ ਟਿਕਾ ਹੈ ਹੀ ਨਹੀਂ। ਇਸ ਹੱਦ ਤੋਂ ਬਾਹਰ ਇੱਕ ਕਦਮ ਬਾਹਰ ਜਦੋਂ ਰੱਖਾਂਗੇ ਤੇ ਸਹਿਜ ਵਿੱਚ ਪ੍ਰਵੇਸ਼ ਕਰਾਂਗੇ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ। ਹੁਣ ਫਿਰ ਇਹਨਾਂ ਮਾਇਆ ਦੇ ਮੋਹ ਵਿੱਚੋਂ ਇਹ ਤਿੰਨ ਹੱਦ ਜਿਹੜੀ ਸੀ ਇਹਨੂੰ ਪਾਰ ਕਰਕੇ ਚੌਥੇ ਵਿੱਚ ਕੌਣ ਗਿਆ? ਗੁਰਮੁਖ ਚੌਥਾ ਪਦ ਪਾਏ। ਗੁਰਮੁਖ ਜਿਹਨੇ ਆਪਣਾ ਮਨ ਗੁਰੂ ਵੱਲ ਕਰ ਲਿਆ, ਜਿਹਨੇ ਗੁਰੂ ਦੀ ਮੱਤ ਲੈ ਕੇ ਆਪਣਾ ਮਨ ਗੁਰੂ ਦੇ ਸਨਮੁਖ ਕਰ ਦਿੱਤਾ, ਫਿਰ ਗੁਰੂ ਦਾ ਆਸਰਾ ਲੈ ਕੇ ਚੌਥਾ ਪਦ ਪਾਏ, ਉਹ ਚੌਥੀ ਪਦਵੀ ਨੂੰ ਪ੍ਰਾਪਤ ਕਰ ਗਿਆ। ਉਸ ਚੌਥੀ ਪਦਵੀ ਵਿੱਚ ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕੋਈ ਕਲੇਸ਼ ਨਹੀਂ। ਉਹ ਚੌਥੀ ਅਵਸਥਾ ਵਿੱਚ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ। ਚੌਥੀ ਅਵਸਥਾ ਵਿੱਚ ਸਾਨੂੰ ਖੁਸ਼ੀਆਂ, ਅਸਲ ਖੁਸ਼ੀਆਂ ਚੌਥੀ ਅਵਸਥਾ 'ਚ ਨੇ। ਅਸਲ ਵਿੱਚ ਆਨੰਦ ਦਾ ਰਸ ਹੈ ਚੌਥੀ ਅਵਸਥਾ ਵਿੱਚ। ਤੇ ਉਹ ਕਿਵੇਂ ਮਿਲਣਾ? ਗੁਰਮੁਖ ਬਣ ਕੇ, ਗੁਰੂ ਸਾਹਿਬ ਦੇ ਸਨਮੁਖ ਹੋ ਕੇ। ਇਸ ਲਈ ਮਹਾਰਾਜ ਕਹਿੰਦੇ ਤ੍ਰੈ ਗੁਣੀ ਮਾਇਆ ਦਾ ਜਿਹੜਾ ਮੋਹ ਹੈ ਤੁਹਾਨੂੰ ਕਦੇ ਸੁੱਖ ਨਹੀਂ ਦੇਗਾ, ਆਨੰਦ ਨਹੀਂ ਦੇਗਾ, ਮਨ ਦਾ ਟਿਕਾ ਨਹੀਂ ਦੇਗਾ। ਪਰ ਜਿਹੜੇ ਗੁਰਮੁਖ ਹੋ ਗਏ ਉਹਨਾਂ ਨੇ ਚੌਥੀ ਪਦਵੀ ਨੂੰ ਪਾ ਕੇ ਆਨੰਦ ਵੀ ਲਿਆ, ਸਕੂਨ ਵੀ ਲਿਆ, ਮਨ ਦਾ ਟਿਕਾ ਵੀ ਲਿਆ, ਪਰੇਸ਼ਾਨੀਆਂ ਵੀ ਉਹਨਾਂ ਦੀਆਂ ਖਤਮ ਹੋ ਗਈਆਂ। ਕਰ ਕਿਰਪਾ ਮੈਂ ਲਾਇਨ ਹਰ ਨਾਮ ਵਸਿਆ ਮਨ ਆਏ। ਕਿਉਂਕਿ ਜਿਹਨੇ ਗੁਰਮੁਖ, ਜਿਹਨੇ ਆਪਣਾ ਮੁਖ ਗੁਰੂ ਵੱਲ ਕਰ ਲਿਆ, ਮੁਖ ਤੇ ਆਪਾਂ ਸਾਰੇ ਹੀ ਗੁਰੂ ਵੱਲ ਕਰਕੇ ਬੈਠੇ ਹੋਏ ਆ, ਪਰ ਆ ਮੁਖ ਨਹੀਂ, ਮਨ ਵਾਲਾ ਮੁਖ। ਜਿਹਨੇ ਆਪਣਾ ਮਨ ਗੁਰੂ ਵੱਲ ਕਰ ਦਿੱਤਾ ਤੇ ਗੁਰੂ ਸਾਹਿਬ ਨੇ ਕੀ ਕੀਤਾ? ਸ਼ਬਦ ਨਾਲ ਜੋੜ ਕੇ, ਸ਼ਬਦ ਨਾਲ ਮਿਲਾ ਕੇ ਕਿਰਪਾ ਕੀਤੀ, ਔਰ ਸ਼ਬਦ ਨਾਲ ਮਿਲਾ ਕੇ ਉਹਦੇ ਅੰਦਰ ਮਨ ਵਿੱਚ ਹਰੀ ਦਾ ਨਾਮ ਵਸਾ ਦਿੱਤਾ। ਕਿਉਂਕਿ ਮਨ ਦਾ ਮੁਖ ਗੁਰੂ ਵੱਲ ਹੋਏਗਾ ਤੇ ਗੁਰੂ ਸ਼ਬਦ ਨਾਲ ਜੋੜ ਕੇ ਉਹਦੇ ਮਨ ਵਿੱਚ ਸੱਚਾ ਨਾਮ ਵਸਾ ਦਿੰਦੇ ਆ। ਔਰ ਇਹ ਕੰਮ ਗੁਰੂ, ਸਤਿਗੁਰੂ, ਸੱਚਾ ਗੁਰੂ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ। ਕਿਉਂਕਿ ਪਰਮੇਸ਼ਵਰ ਨੇ ਇਹ ਅਥਾਰਟੀ, ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਸਤਿਗੁਰੂ ਨੂੰ ਦਿੱਤੀ ਹੈ। ਔਰ ਇਹ ਜਿਹੜਾ ਅਖੀਰ ਵਾਲੀ ਜਿਹੜੀ ਆਪਾਂ ਪੰਗਤੀ ਪੜ੍ਹਨੀ ਹੈ, ਉੱਥੇ ਗੱਲ ਕਲੀਅਰ ਹੋ ਜਾਣੀ ਹੈ ਕਿ ਪਰਮੇਸ਼ਵਰ ਤੇ ਸਤਿਗੁਰ ਕੀ ਹੈ। ਪਰਮੇਸ਼ਵਰ ਨੇ ਸਾਡੇ ਮਨ ਵਿੱਚ ਨਾਮ ਨੂੰ ਵਸਾਉਣ ਵਾਸਤੇ ਸ਼ਬਦ ਦਿੱਤਾ ਹੈ। ਉਹ ਸ਼ਬਦ ਕਿੱਥੇ ਹੈ? ਸਤਿਗੁਰੂ ਦੇ ਕੋਲ। ਤੇ ਉਹ ਸਤਿਗੁਰੂ ਕੋਲੋਂ ਹੀ ਸ਼ਬਦ ਮਿਲਿਆ ਜਾ ਸਕਦਾ ਹੈ, ਹੋਰ ਕਿਸੇ ਥਾਂ ਤੇ ਨਹੀਂ ਮਿਲਣਾ। ਇਸ ਲਈ ਸਭ ਕਹਿੰਦੇ ਕਰ ਕਿਰਪਾ ਮਿਲਾਇਨ, ਕਿਰਪਾ ਕੀਤੀ, ਸ਼ਬਦ ਨਾਲ ਮਿਲਾਇਆ ਤੇ ਸ਼ਬਦ ਨਾਲ ਮਨ ਨੂੰ ਮਿਲਾ ਕੇ ਹਰ ਨਾਮ ਵਸਿਆ ਮਨ ਆਏ। ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ, ਸ਼ਬਦ ਨੂੰ ਮਨ ਨਾਲ ਜੋੜਿਆ। ਜਦੋਂ ਮਨ ਸ਼ਬਦ ਨਾਲ ਜੁੜ ਗਿਆ ਤੇ ਮਨ ਵਿੱਚ ਪਰਮੇਸ਼ਵਰ ਦਾ ਸੱਚਾ ਨਾਮ ਵਸ ਗਿਆ। ਤੇ ਜਦੋਂ ਨਾਮ ਵਸ ਗਿਆ, ਗੁਰਮੁਖ ਚੌਥਾ ਪਦ ਪਾਏ। ਉਦੋਂ ਫਿਰ ਗੁਰਮੁਖ ਨੂੰ ਚੌਥੀ ਪਦਵੀ ਪ੍ਰਾਪਤ ਹੋਣੀ ਹੈ। ਉਦੋਂ ਇਹ ਤਿੰਨ ਗੁਣ, ਦੇਖੋ ਹੁਣ ਤਿੰਨ ਹੱਦਾਂ ਪਾਰ ਕਰਨੀਆਂ, ਉਹ ਕਿਵੇਂ ਹੋਣਗੀਆਂ? ਤਿੰਨ ਹੱਦ ਜਿਹੜੀਆਂ ਨੇ, ਪਹਿਲੀ ਹੱਦ ਹੈ ਰਜ ਗੁਣ, ਤਮ ਗੁਣ, ਸਤ ਗੁਣ। ਇਹ ਤਿੰਨੇ ਪਾਰ ਕਰਨੀ ਹੈ। ਤਮ ਗੁਣ ਨੂੰ ਪਾਰ ਕਰਾਂਗੇ, ਫਿਰ ਰਜ ਗੁਣ ਨੂੰ ਪਾਰ ਕਰਾਂਗੇ, ਫਿਰ ਸਤ ਗੁਣ ਨੂੰ ਪਾਰ ਕਰਾਂਗੇ। ਪਰ ਉਹ ਕਿਵੇਂ ਹੋਏਗਾ? ਪਾਵਰ ਵੀ ਤਾਂ ਚਾਹੀਦੀ ਹੈ। ਬਿਨਾਂ ਪਾਵਰ ਤੋਂ ਤੇ ਇਹ ਹੱਦ ਪਾਰ ਕੋਈ ਨਹੀਂ ਹੋਣੀ। ਇਸ ਲਈ ਸ਼ਬਦ ਦੀ ਟੇਕ ਦਿੱਤੀ, ਸ਼ਬਦ ਦਾ ਆਸਰਾ ਦਿੱਤਾ। ਤੂੰ ਸ਼ਬਦ ਦੇ ਆਸਰੇ ਹੁਣ ਹੱਦ ਕਿਨੇ ਪਾਰ ਕਰਨੀ ਹੈ? ਸਰੀਰ ਨੇ ਪਾਰ ਨਹੀਂ ਕਰਨੀ। ਜੇ ਸਰੀਰ ਨੇ ਹੱਦ ਪਾਰ ਕਰਨੀ ਹੁੰਦੀ ਤਾਂ ਵੀ ਕੰਮ ਸੌਖਾ ਹੋ ਜਾਣਾ ਸੀ। ਪਰ ਇਹ ਹੱਦ ਪਾਰ ਕਰਨੀ ਮਨ ਨੇ ਹੈ। ਤ੍ਰੈ ਗੁਣਾਂ ਵਾਲੀ ਹੱਦ ਨੂੰ ਮਨ ਨੇ ਪਾਰ ਕਰਨਾ ਹੈ।
ਤੇ ਮਨ ਸ਼ਬਦ ਦੇ ਆਸਰੇ ਪਾਰ ਕਰ ਸਕਦਾ ਹੈ, ਹੋਰ ਕੋਈ ਆਸਰਾ ਨਹੀਂ। ਅਸੀਂ ਕਰਮ ਕਾਂਡ ਵਿੱਚ ਫਸੇ ਹੋਏ ਹਾਂ ਤੇ ਕਰਮ ਕਾਂਡ ਦੇ ਆਸਰੇ ਤ੍ਰੈ ਗੁਣਾਂ ਦੀ ਹੱਦ ਨਹੀਂ ਪਾਰ ਹੋਣੀ। ਉਹ ਸ਼ਬਦ ਦੀ ਟੇਕ ਲੈ ਕੇ ਸਤਿਗੁਰੂ ਨੇ ਗੁਰਮੁਖ ਨੂੰ ਸ਼ਬਦ ਦਿੱਤਾ, ਉਸ ਸ਼ਬਦ ਦੇ ਰਾਹੀਂ ਹਰੀ ਦਾ ਨਾਮ ਮਨ ਵਿੱਚ ਵਸ ਗਿਆ। ਕਹਿੰਦੇ ਜਦੋਂ ਮਨ ਵਿੱਚ ਵਸਿਆ ਗੁਰਮੁਖ ਚੌਥਾ ਪਦ ਪਾਏ, ਉਹਨੇ ਚੌਥਾ ਪਦ, ਉਹ ਪਦ ਪਦਵੀ, ਉਹ ਅਵਸਥਾ ਜਿਹੜੀ ਸੀ ਉਹ ਪ੍ਰਾਪਤ ਕਰ ਲਈ। ਹੁਣ ਸ਼ਬਦ ਕਿਵੇਂ ਮਿਲਿਆ? ਸਵਾਲ ਇਹ ਹੈ ਵੀ ਸ਼ਬਦ ਕਿਵੇਂ ਮਿਲਿਆ? ਸ਼ਬਦ ਮਿਲਿਆ ਸਤਿਗੁਰੂ ਦੇ ਦਰ ਤੇ ਸੰਗਤ ਵਿੱਚ ਆ ਕੇ। ਆਪਾਂ ਸੰਗਤ ਵਿੱਚ ਇਸੇ ਲਈ ਆਏ ਹਾਂ ਗੁਰੂ ਦੁਆਰੇ ਕਿ ਸ਼ਬਦ ਨਾਲ ਜੁੜਿਆ ਜਾ ਸਕੇ। ਸ਼ਬਦ ਦੀ ਵਿਚਾਰ ਨਾਲ ਹੀ ਤੁਸੀਂ ਜੁੜੇ ਹੋਏ ਹੋ। ਸ਼ਬਦ ਦੀ ਵਿਚਾਰ ਨੇ ਹੀ ਸਾਡੇ ਮਨ ਵਿੱਚ ਨਾਮ ਨੂੰ ਵਸਾਉਣਾ ਹੈ। ਹੁਣ ਸਵਾਲ ਇਹ ਹੈ ਕਿ ਸਤਿਗੁਰੂ ਨੇ ਇਹ ਸ਼ਬਦ ਦੀ ਟੇਕ ਕਿੱਦਾਂ ਦਿੱਤੀ ਹੈ? ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆ ਕੇ ਜੁੜੇ ਹਾਂ। ਹੁਣ ਸਤ ਸੰਗਤ ਵਿੱਚ ਆ ਕੇ ਕੌਣ ਜੁੜੇਗਾ? ਮਹਾਰਾਜ ਕਹਿੰਦੇ ਪੋਤੇ ਜਿਨ ਕੈ ਪੁੰਨ ਹੈ। ਪੋਤਾ ਪੱਲੇ, ਜਿਹਦੇ ਪੱਲੇ ਪੁੰਨ, ਪੁੰਨ ਦਾ ਅਰਥ ਹੈ ਜਿਹਦੇ ਪੱਲੇ ਚੰਗੇ ਗੁਣ ਨੇ। ਸੰਗਤ ਵਿੱਚ ਵੀ ਟਿਕ ਕੇ ਉਹੀ ਬੈਠੇਗਾ ਜਿਹਦੇ ਕੋਲ ਗੁਣ ਹੋਏਗਾ। ਜਿਹਦੇ ਕੋਲ ਗੁਣ ਨਹੀਂ ਮਾਫ ਕਰਨਾ, ਉਹ ਸੰਗਤ ਵਿੱਚ ਟਿਕ ਕੇ ਬਹਿ ਵੀ ਨਹੀਂ ਸਕਦਾ। ਕੁੜਿਆਰ ਕੁੜਿਆਰੀ ਜਾਏ ਰਲੇ, ਉਹ ਬਹਿ ਹੀ ਨਹੀਂ ਸਕਦਾ ਸੰਗਤ ਵਿੱਚ, ਕਿਉਂਕਿ ਗੁਣ ਦੇ ਆਧਾਰ ਤੇ ਬਹਿਣਾ, ਤੇ ਜੇ ਪੱਲੇ ਗੁਣ ਨਹੀਂ ਤੇ ਬਹਿਣਾ ਔਖਾ ਹੋ ਜਾਏਗਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਹਦੇ ਕੋਲ ਸੱਚ ਦਾ ਗੁਣ ਹੈ ਉਹੀ ਬੈਠ ਸਕਦਾ ਹੈ, ਜਿਹਦੇ ਪੱਲੇ ਗੁਣ ਨੇ। ਅਵਗਣਾ ਵਾਲਾ ਤੇ ਬਹਿ ਹੀ ਨਹੀਂ ਸਕਦਾ। ਇਸ ਲਈ ਅਵਗਣਾ ਵਾਲੇ ਨੇ ਤੇ ਖਲੋ ਕੇ ਅਰਦਾਸ ਕਰਨੀ ਹੈ ਕਿ ਮਾਲਕ ਜੀ ਤੁਹਾਡੇ ਦਰ ਤੇ ਆਇਆ, ਮੈਨੂੰ ਇੰਨਾ ਤੇ ਗੁਣ ਦੇ ਦਿਓ ਮੈਂ ਤੁਹਾਡੀ ਸੰਗਤ ਵਿੱਚ ਬੈਠਣ ਯੋਗਾ ਹੋ ਜਾਵਾਂ। ਅਵਗਣ ਵਾਲੇ ਨੇ ਤੇ ਗਲ 'ਚ ਪੱਲਾ ਪਾ ਕੇ ਅਰਦਾਸ ਕਰਨੀ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਅਜੇ ਸੁਣਿਆ ਹੈ। ਤਹ ਮਿਲੰਤ ਜਮ ਤਰਾਸ ਮਿਟਾਈ, ਇਹ ਮੈਂ ਸੁਣ ਕੇ ਆਇਆ, ਇਸ ਲਈ ਅਰਦਾਸ ਹੈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ, ਮੈਨੂੰ ਸ਼ਰਨ ਵਿੱਚ ਰੱਖੋ। ਤੇ ਜਦੋਂ ਅਰਦਾਸ ਕਰਕੇ ਤੁਸੀਂ ਆਓਗੇ ਫਿਰ ਇੱਕ ਤਾਂ ਗੁਣ ਮਿਲੇਗਾ ਜਿਹਦੇ ਸਦਕੇ ਸੰਗਤ 'ਚ ਬੈਠਣ ਜੋਗੇ ਹੋ ਜਾਗੇ। ਪਹਿਲੇ ਤੇ ਅਰਦਾਸ ਹੈ ਸਾਡੀ। ਸਭ ਕਹਿੰਦੇ ਨੇ ਇਹ ਫਿਰ ਕੌਣ ਇਹ ਗੁਰਮੁਖ ਬਣ ਕੇ ਚੌਥੀ ਪਦਵੀ ਨੂੰ ਪਾਉਂਦਾ ਹੈ? ਜਿਹਨੂੰ ਸ਼ਬਦ ਮਿਲਦਾ ਹੈ। ਸ਼ਬਦ ਕਿਵੇਂ ਮਿਲਦਾ ਹੈ? ਜਿਹੜਾ ਸਤ ਸੰਗ ਦੇ ਵਿੱਚ ਜੁੜਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੈਂ ਲਾਇਨ ਹਰ ਨਾਮ ਵਸੈ, ਵਸਿਆ ਮਨ ਆਏ। ਅੱਗੇ ਕਹਿੰਦੇ ਆ ਪੋਤੈ ਜਿਨ ਕੈ ਪੁੰਨ ਹੈ, ਤਿੰਨ ਸਤ ਸੰਗਤ ਮਿਲਾਏ। ਤਿੰਨ ਉਹਨਾਂ ਨੂੰ ਜਿਨ੍ਹਾਂ ਦੇ ਪੱਲੇ ਕੀ ਹੈ? ਪੁੰਨ। ਪੁੰਨ ਦਾ ਅਰਥ ਹੈ ਚੰਗਾ ਗੁਣ। ਜਿਨ੍ਹਾਂ ਦੇ ਕੋਲ ਚੰਗਾ ਗੁਣ ਹੈ ਉਹਨਾਂ ਨੂੰ ਸਤ ਸੰਗ ਦੇ ਵਿੱਚ ਮਿਲਾ ਕੇ ਸ਼ਬਦ ਦਿੱਤਾ ਤੇ ਸ਼ਬਦ ਦਾ ਅਭਿਆਸ ਕਰਵਾ ਕੇ ਮਨ ਵਿੱਚ ਨਾਮ ਵਸਾਇਆ। ਤੇ ਜਦੋਂ ਨਾਮ ਵਸ ਗਿਆ ਫਿਰ ਗੁਰਮੁਖ ਚੌਥਾ ਪਦ ਪਾਏ। ਉਸ ਗੁਰਮੁਖ ਨੇ ਚੌਥੀ ਪਦਵੀ ਨੂੰ ਪਾ ਲਿਆ, ਭਾਵ ਤਿੰਨ ਹੱਦਾਂ ਪਾਰ ਕਰਕੇ ਉਹ ਸਹਿਜ ਆਨੰਦ ਵਿੱਚ ਪਹੁੰਚ ਗਿਆ, ਜਿਹਨੂੰ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਚੌਥਾ ਪਦ ਕਿਹੜਾ ਹੈ? ਇੱਕ ਸ਼ਹਿਰ ਦਾ ਨਾਮ ਹੈ ਰਜਗੁਣ, ਦੂਜੇ ਸ਼ਹਿਰ ਦਾ ਨਾਮ ਹੈ ਤਮਗੁਣ, ਤੀਜੇ ਸ਼ਹਿਰ ਦਾ ਨਾਮ ਹੈ ਸਤਗੁਣ। ਆ ਤਿੰਨੇ ਸ਼ਹਿਰ ਦੀਆਂ ਹੱਦਾਂ ਪਾਰ ਕੀਤੀਆਂ ਤੇ ਚੌਥੇ ਸ਼ਹਿਰ ਦੀ ਹੱਦ ਵਿੱਚ ਗਿਆ, ਉਹਨੂੰ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ। ਹੁਣ ਉਸ ਸ਼ਹਿਰ ਵਿੱਚ ਗਮ ਕੋਈ ਨਹੀਂ ਹੈ, ਉਸ ਸ਼ਹਿਰ ਦੇ ਵਿੱਚ ਚਿੰਤਾ ਕੋਈ ਨਹੀਂ ਹੈ, ਦੁੱਖ ਕੋਈ ਨਹੀਂ ਹੈ, ਤਕਲੀਫ ਕੋਈ ਨਹੀਂ ਹੈ।
ਉੱਥੇ ਟਿਕਾ ਹੀ ਟਿਕਾ ਹੈ, ਉੱਥੇ ਆਤਮਿਕ ਰਸ ਹੀ ਰਸ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਪੱਲੇ ਗੁਣ ਹੁੰਦਾ ਉਹ ਸਤ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਨਾਲ ਜੁੜ ਕੇ ਮਨ ਵਿੱਚ ਨਾਮ ਨੂੰ ਵਸਾ ਕੇ ਚੌਥੀ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਨੀ ਨਾਮ ਪਛਾਣਿਆ ਤਿਨ ਵਿਟਹੁ ਬਲ ਜਾਓ, ਆਪ ਛੋੜ ਚਰਨੀ ਲੱਗਾ, ਚੱਲਾ ਤਿਨ ਕੈ ਪਾਏ, ਲਾਹਾ ਹਰ ਹਰ ਨਾਮ ਮਿਲੈ, ਸਹਜੇ ਨਾਮ ਸਮਾਏ। ਦੂਸਰੇ ਪਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਗੁਰਮੁਖ ਚੌਥਾ ਪਦ ਪਾਏ, ਜਿਹਨੂੰ ਆਪਾਂ ਕਹਿੰਦੇ ਆ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਹੁਣ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜਿਨੀ ਨਾਮ ਪਛਾਣਿਆ, ਉਹ ਜਿਹਨੇ ਚੌਥਾ ਪਦ ਪਦਵੀ ਨੂੰ ਪਾ ਲਿਆ ਗੁਰਮੁਖ ਨੇ, ਫਿਰ ਸਮਝ ਕੇ ਚੱਲਣਾ। ਕਿਨੇ ਪਾਇਆ? ਹਰ ਨਾਮ ਵਸਿਆ ਮਨ ਆਏ, ਜਿਹਦੇ ਮਨ ਵਿੱਚ ਹਰੀ ਦਾ ਨਾਮ ਵਸ ਗਿਆ। ਹੁਣ ਸਾਹਿਬ ਜੀ ਕਹਿੰਦੇ ਜਿਨੀ ਨਾਮ ਪਛਾਣਿਆ, ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ, ਮਨ ਵਿੱਚ ਉਹੀ ਵਸਾਏਗਾ ਜਿਹਨੇ ਪਛਾਣਿਆ। ਜਿਹਨੂੰ ਨਾਮ ਦੀ ਪਛਾਣ ਹੀ ਨਹੀਂ ਹੋਈ ਤੇ ਉਹ ਨਾਮ ਨੂੰ ਮਨ ਵਿੱਚ ਕਿੱਥੇ ਵਸਾਏਗਾ? ਜਿਹਨੂੰ ਅਜੇ ਸੱਚੀ ਬਾਣੀ ਦਾ ਗਿਆਨ ਹੀ ਨਹੀਂ ਹੋਇਆ, ਉਹ ਕੱਚੀ ਬਾਣੀ ਨੂੰ ਛੱਡ ਕੇ ਸੱਚੀ ਬਾਣੀ ਨਾਲ ਕਿਵੇਂ ਜੁੜੇਗਾ? ਜਿਹਨੂੰ ਸੱਚੀ ਬਾਣੀ ਦੀ ਸੋਝੀ ਆ ਗਈ, ਉਹਨੇ ਕੱਚੀ ਬਾਣੀ ਦਾ, ਜਿਹਨੂੰ ਹੀਰੇ ਦੀ ਸਮਝ ਆ ਗਈ, ਉਹ ਕੱਚ ਨੂੰ ਥੋੜੀ ਹੱਥ ਪਾਏਗਾ। ਜਿਹਨੂੰ ਸੋਨੇ ਦੀ ਪਰਖ ਹੋ ਗਈ ਆ, ਉਹ ਪਿੱਤਲ ਨੂੰ ਥੋੜੀ ਹੱਥ ਵਿੱਚ ਪਕੜ ਕੇ ਰੱਖੇਗਾ। ਇਸੇ ਤਰ੍ਹਾਂ ਜਿਹਨੂੰ ਕੱਚੀ ਤੇ ਸੱਚੀ ਬਾਣੀ ਦੀ ਸਮਝ ਆ ਗਈ, ਜਿਹਨੂੰ ਅਧੂਰੇ ਤੇ ਪੂਰੇ ਦੇ ਨਾਮ ਦੀ ਸਮਝ ਆ ਗਈ ਹੈ, ਉਹਨਾਂ ਦੀ ਗੱਲ ਕਰਦੇ ਆ ਜਿਨੀ ਨਾਮ ਪਛਾਣਿਆ। ਜਿਨ੍ਹਾਂ ਨੇ ਪਛਾਣ ਲਿਆ ਵੀ ਆਹ ਹੈ, ਜਿਹਨੂੰ ਕਿਹਾ ਸੀ ਜਪ ਮਨ ਸਤਨਾਮ ਸਦਾ ਸਤਨਾਮ, ਆਹ ਸੱਚਾ ਨਾਮ ਹੈ। ਜਿਨ੍ਹਾਂ ਨੇ ਪਛਾਣਿਆ ਤਿੰਨ ਵਿਟੋਂ ਬਲ ਜਾਓ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਸੱਦ ਕੇ ਜਾਵਾਂ, ਕਿਉਂਕਿ ਇਹ ਕੰਮ ਸੌਖਾ ਨਹੀਂ ਸੀ। ਸੱਚੇ ਨਾਮ ਨੂੰ ਪਛਾਣਨਾ ਕੋਈ ਸੌਖੀ ਖੇਡ ਨਹੀਂ ਹੈ। ਇਹਦੇ ਵਾਸਤੇ ਮਿਹਨਤ ਕਰਨੀ, ਮਸ਼ੱਕਤ ਘਾਲਣੀ ਪੈਣੀ ਹੈ, ਤਾਂ ਜਾ ਉਹਦੀ ਘਾਲਣਾ ਨੂੰ ਸਲਾਮ ਹੈ। ਜਿਹਨੇ ਸੱਚ ਨੂੰ ਪਛਾਣ ਲਿਆ ਨਾ ਗੁਰਮੁਖ ਬਣ ਕੇ, ਉਹਨੇ ਜਿਹੜੀ ਮਿਹਨਤ ਕੀਤੀ ਹੈ, ਉਹਦੀ ਮਿਹਨਤ ਨੂੰ ਸਲਾਮ ਹੈ। ਸਤਿਗੁਰੂ ਦੇਖੋ, ਸੱਚ ਦੇ ਮਾਰਗ ਤੇ ਤੁਰਾਂਗੇ ਤੇ ਜਿਹੜਾ ਮਿਹਨਤ ਕਰਨ ਵਾਲਾ, ਉਹਨੂੰ ਸਲਾਮ ਹੈ। ਜੇ ਸੰਸਾਰ ਦੇ ਰਾਹ ਤੁਰੋਗੇ ਤਾਂ ਜਿਹਦੇ ਚਾਰ ਪੈਸੇ ਜਿਹਦੇ ਕੋਲ ਨੇ, ਉਹਨੂੰ ਸਲਾਮ ਹੈ। ਫਿਰ ਦੁਨੀਆ 'ਚ ਭਾਵੇਂ ਤੁਹਾਡੇ ਕੋਲ ਲੱਖ ਗੁਣਾ ਉਹਦੇ ਨਾਲੋਂ ਵੱਧ ਕੇ ਗੁਣ ਹੋਵੇ, ਤੁਹਾਨੂੰ ਸਲਾਮ ਨਹੀਂ ਹੈ। ਸਲਾਮ ਉਹਨੂੰ ਹੋਣੀ ਹੈ ਜਿਹਦੇ ਪੱਲੇ ਚਾਰ ਪੈਸੇ ਨੇ, ਉਹ ਭਾਵੇਂ ਅਵਗੁਣਾਂ ਨਾਲ ਵੀ ਭਰਿਆ ਕਿਉਂ ਨਾ ਹੋਵੇ। ਇਹੀ ਕਾਰਨ ਹੈ ਕਿ ਸੰਸਾਰੀ ਔਰ ਜਿਹੜੇ ਭਗਤ ਜਨ ਸੱਚ ਦੇ ਰਾਹ ਤੇ ਤੁਰਦੇ ਆ, ਤੇ ਸੰਸਾਰੀਆਂ ਨੇ ਭਗਤਾਂ ਦੀ ਕਦਰ ਵੀ ਕਿੰਨੀ ਕੁ ਕੀਤੀ। ਜਿਹੜੇ ਤ੍ਰੈ ਗੁਣੀ ਮਾਇਆ ਦੇ ਜਾਲ ਵਿੱਚ ਫਸੇ ਹੋਏ ਧਰਮ ਦੇ ਪੁਜਾਰੀ ਸਨ, ਉਹਨਾਂ ਨੇ ਭਗਤ ਜਨਾਂ ਦੀ ਕਿੰਨੀ ਕੁ ਕਦਰ ਕੀਤੀ ਹੈ। ਉਹਨਾਂ ਨੇ ਆਖਿਆ ਵੀ ਇਹਨਾਂ ਦਾ ਤਾਂ ਕੌਡੀ ਜਿੰਨਾ ਵੀ ਮੁੱਲ ਨਹੀਂ ਹੈ, ਪਰ ਜਦੋਂ ਸੱਚ ਦੇ ਰਾਹ ਉੱਤੇ ਮਾਲਕ ਨੇ ਉਹਨਾਂ ਦੀ ਕਦਰ ਕੀਤੀ ਤਾਂ ਉਹ ਕੌਡੀ ਦਾ ਮੁੱਲ ਜਿਨ੍ਹਾਂ ਨੂੰ ਕਹਿੰਦੇ ਸੀ, ਉਹ ਲੱਖਾਂ ਦੇ ਹੋ ਗਏ। ਉਹਨਾਂ ਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਲਿਖ ਕੇ ਵੀ ਨਹੀਂ ਦੱਸਿਆ ਜਾ ਸਕਦਾ ਵੀ ਇਹਦੀ ਕੀਮਤ ਕਿੰਨੀ ਹੈ। ਇਸ ਲਈ ਸਾਹਿਬ ਜੀ ਸਮਝਾ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ। ਵਿਟੋਂ ਦਾ ਅਰਥ ਹੈ ਉਹਨਾਂ ਤੋਂ ਸੱਦ ਕੇ ਜਾਵਾਂ, ਜਿਨ੍ਹਾਂ ਨੇ ਸੱਚ ਨਾਮ ਨੂੰ ਪਛਾਣ ਲਿਆ। ਔਰ ਸਿਰਫ ਮੈਂ ਬਲਿਹਾਰੇ ਹੀ ਨਾ ਜਾਵਾਂ, ਆਪ ਛੋੜ ਚਰਨੀ ਲੱਗਾ। ਇੰਨੀ ਵੱਡੀ ਗੱਲ ਕਹੀ ਮਹਾਰਾਜ ਨੇ।
ਆਪਣਾ ਆਪਾ ਛੱਡ ਕੇ ਉਹਨਾਂ ਦੇ ਚਰਨੀ ਲੱਗਾ। ਚੱਲਾਂ ਤਿਨ ਕੈ ਭਾਏ, ਮੈਂ ਉਹਨਾਂ ਦੀ ਰਜ਼ਾ ਦੇ ਵਿੱਚ ਚੱਲਾਂ, ਉਹਨਾਂ ਦੇ ਹੁਕਮ ਵਿੱਚ ਚੱਲਾਂ। ਗੁਰਬਾਣੀ ਅੰਦਰ ਸਾਨੂੰ ਮਹਾਰਾਜ ਕਹਿੰਦੇ, ਜੇ ਕੋਈ ਤੁਹਾਨੂੰ ਪਰਮਾਰਥ ਪਰਮੇਸ਼ਵਰ ਨਾਲ ਜੋੜਦਿਆਂ ਪਰਮਾਰਥ ਦੇ ਰਾਹ ਨੂੰ ਤੇ ਤੁਹਾਨੂੰ ਕੋਈ ਤੋਰ ਦੇਵੇ ਤਾਂ ਫਿਰ ਤੁਸੀਂ ਆਪਣਾ ਆਪ ਵੀ ਕੁਰਬਾਨ ਕਰ ਦਿਓ ਤੇ ਥੋੜਾ ਹੈ। ਤਾਂ ਹੀ ਤੇ ਅਸੀਂ ਬੇਨਤੀ ਕਰਦੇ ਹਾਂ, ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ, ਬਕੋਂ ਸ਼ੁਭ ਰਸਨਾ ਦੀਜਹਿ ਪ੍ਰਾਣ ਅਕੋਰ। ਪ੍ਰਾਣ ਵੀ ਭੇਟਾ ਵਿੱਚ ਅਰਪਣ ਕਰਦੇ ਹਾਂ। ਹੁਣ ਜਿਨ੍ਹਾਂ ਨੇ ਨਾਮ ਨੂੰ ਪਛਾਣਿਆ, ਤਿੰਨ ਵਿਟੋਂ ਬਲ ਜਾਉ, ਉਹਨਾਂ ਤੋਂ ਮੈਂ ਸੱਦ ਕੇ ਜਾਵਾਂ। ਆਪ ਛੋੜ ਆਪਣਾ ਆਪਾ ਛੱਡ ਕੇ ਚਰਨੀ ਲੱਗਾ, ਚਰਨੀ ਉਹਨਾਂ ਦੇ ਪੈ ਜਾਵਾਂ। ਚੱਲਾਂ ਤਿਨ ਕੈ ਭਾਏ, ਉਹਨਾਂ ਦੀ ਰਜ਼ਾ ਵਿੱਚ ਚੱਲਾਂ, ਤਾਂ ਕਿ ਮੈਨੂੰ ਵੀ ਗੁਰਮੁਖ ਬਣ ਕੇ ਚੌਥੀ ਪਦਵੀ ਮਿਲ ਜਾਏ। ਲਾਹਾ ਹਰ ਹਰ ਨਾਮ ਮਿਲੈ, ਹੁਣ ਆਪ ਛੋੜ ਚਰਨੀ ਲੱਗਾ, ਚੱਲਾਂ ਤਿਨ ਕੈ ਭਾਏ। ਕਿਉਂ ਇਹ ਅਵਸਥਾ ਕਿਉਂ ਬਣਾਉਣੀ ਹੈ ਅਸੀਂ? ਤਾਂ ਕਿ ਲਾਹਾ ਹਰ ਹਰ ਨਾਮ ਮਿਲੈ, ਜਿਹੜਾ ਮੈਂ ਨਾਮ ਦਾ ਲਾਹਾ ਲੈਣ ਆਇਆ ਉਹ ਮੈਨੂੰ ਕਿਤੇ ਮਿਲ ਜਾਏ। ਤੇ ਉਹ ਗੁਰਮੁਖਾਂ ਦੀ ਸੰਗਤ ਕਰਕੇ, ਗੁਰਮੁਖਾਂ ਦੇ ਰਾਹ ਤੇ ਤੁਰ ਕੇ ਹੀ ਉਹ ਲਾਹਾ ਮਿਲਣਾ ਹੈ। ਇਸੇ ਲਈ ਆਪਾਂ ਧੂੜੀ ਮੰਗਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ, ਗੁਰ ਸਿੱਖ ਕੀ ਧੂੜ ਦਾ ਮਤਲਬ ਸੰਗਤ ਮੰਗਦੇ ਹਾਂ, ਸੰਗ ਮੰਗਦੇ ਹਾਂ ਉਹਨਾਂ ਦਾ, ਉਹਨਾਂ ਦੀ ਸੰਗਤ ਮੰਗਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ, ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਉਹਦੀ ਧੂੜੀ, ਉਹਦੀ ਸੰਗਤ ਅਸੀਂ ਨਿਤ ਮੰਗਦੇ ਹਾਂ। ਇਸ ਲਈ ਕਿਉਂਕਿ ਲਾਹਾ ਹਰ ਹਰ ਨਾਮ ਮਿਲੈ, ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਦਾ ਲਾਹਾ ਮਿਲਦਾ ਹੈ। ਸਹਜੇ ਨਾਮ ਸਮਾਏ, ਔਰ ਤਿੰਨ ਗੁਣਾਂ ਨੂੰ ਹੱਦ ਨੂੰ ਪਾਰ ਕਰਕੇ ਸਹਿਜ ਚੌਥੀ ਅਵਸਥਾ, ਉਹਦੇ ਵਿੱਚ ਨਾਮ ਵਿੱਚ ਸਮਾਇਆ ਜਾ ਸਕਦਾ ਹੈ, ਜਾਂ ਨਾਮ ਮਨ ਵਿੱਚ ਸਮਾ ਜਾਂਦਾ ਹੈ। ਇਸ ਲਈ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਨੂੰ ਪਛਾਣਿਆ, ਮੈਂ ਉਹਨਾਂ ਤੋਂ ਵਟੋਂ ਬਲਿਹਾਰੇ ਵੀ ਉਹੀ ਲਵਾਂ, ਸੰਗਤ ਵੀ ਉਹਨਾਂ ਦੀ ਕਰਾਂ, ਤੇ ਉਹਨਾਂ ਦੇ ਭਾਣੇ ਵਿੱਚ, ਉਹਨਾਂ ਦੇ ਰਜ਼ਾ ਦੇ ਵਿੱਚ ਵੀ ਤੁਰਾਂ, ਤਾਂ ਕਿ ਮੈਨੂੰ ਵੀ ਕਿਤੇ ਹਰੀ ਦਾ ਨਾਮ ਮਿਲ ਜਾਏ, ਔਰ ਮੈਂ ਵੀ ਸਹਿਜ ਵਿੱਚ ਟਿਕ ਕੇ ਉਹ ਪਰਮ ਸੁਖ ਨੂੰ ਪ੍ਰਾਪਤ ਕਰ ਸਕਾਂ। ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ, ਜਿਦੋਂ ਪਾਈਐ ਸੱਚ ਸੋਏ। ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਫਿਰ ਤੀਸਰੇ ਪਦੇ ਵਿੱਚ ਜਾਂ ਇਦਾਂ ਕਹੀਏ ਕਿ ਪਹਿਲੇ ਪਦੇ ਵਿੱਚ ਉਹ ਅਵਸਥਾ ਦੱਸੀ, ਦੂਸਰੇ ਪਦੇ ਵਿੱਚ ਉਹਨਾਂ ਤੋਂ ਸੱਦ ਕੇ ਕੁਰਬਾਨ ਜਾਈਏ ਅਸੀਂ। ਹੁਣ ਤੀਸਰੇ ਪਦੇ ਵਿੱਚ ਜਦੋਂ ਅਸੀਂ ਆਪ ਛੋੜ ਚਰਨੀ ਲੱਗਾ, ਚੱਲਾਂ ਤਿਨ ਕੈ ਭਾਏ, ਤੇ ਫਿਰ ਅੱਗੋਂ ਉਹਨਾਂ ਨੇ ਆਖਿਆ ਵੀ ਬਿਨ ਗੁਰ ਮਹਿਲ ਨਾ ਪਾਈਐ, ਵੀ ਜੇ ਤੂੰ ਆਪਣੇ ਮਹਿਲ ਮੁਕਾਮ ਤੇ ਪਹੁੰਚਣਾ ਚਾਹੁੰਦਾ, ਆਪਣੀ ਮੰਜ਼ਲ ਤੇ ਪਹੁੰਚਣਾ ਚਾਹੁੰਦਾ ਨਾ, ਤੇ ਉਹ ਫਿਰ ਤੈਨੂੰ ਗਿਆਨ ਤੋਂ ਬਿਨਾਂ ਨਹੀਂ ਮਿਲਣਾ। ਗੁਰ ਦਾ ਰਾਰਾ ਮੁਕਤਾ ਹੈ ਗਿਆਨ, ਉਹ ਗਿਆਨ ਤੋਂ ਬਿਨਾਂ ਤੈਨੂੰ ਮਹਿਲ ਦੀ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੋਣੀ। ਜਿਸ ਟਿਕਾਣੇ ਤੇ ਸਾਡੀ ਆਤਮਾ ਨੇ ਜਾ ਕੇ ਲੱਗਣਾ ਹੈ, ਆਤਮਿਕ ਜੀਵ ਕਹਿ ਲਓ, ਕਿ ਅਸੀਂ ਆਤਮਿਕ ਤਲ ਤੇ ਜਿਸ ਟਿਕਾਣੇ, ਸਰੀਰ ਤਾਂ ਰੋਜ਼ ਟਿਕਾਣੇ ਤੇ ਲੱਗਦਾ, ਅਸੀਂ ਕਹਿੰਦੇ ਵੀ ਅੱਜ ਫਲਾਣੇ ਟਿਕਾਣੇ ਤੇ ਮੈਂ ਪਹੁੰਚਣਾ, ਪਹੁੰਚ ਜਾਂਦੇ ਹਾਂ। ਨਿਤ ਅਸੀਂ ਆਪਣੇ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਹਾਂ, ਪਰ ਸਰੀਰ ਵੀ ਇੱਕ ਦਿਨ ਉਹ ਸ਼ਮਸ਼ਾਨ ਰੂਪੀ ਜਿਹੜਾ ਸ਼ਮਸ਼ਾਨ ਘਾਟ, ਉਹ ਵੀ ਟਿਕਾਣੇ ਤੇ ਸਰੀਰ ਲੱਗ ਜਾਣਾ। ਪਰ ਗੱਲ ਹੈ ਵੀ ਜਿਹੜਾ ਆਤਮਿਕ ਜੀਵ ਹੈ, ਇਹ ਟਿਕਾਣੇ ਲੱਗਾ ਕਿ ਨਹੀਂ ਲੱਗਾ। ਕਹਿੰਦੇ ਨੇ ਇਹ ਟਿਕਾਣੇ ਲੱਗ ਜਾਏਗਾ, ਇਹਨੂੰ ਉਹ ਮਹਲ ਮਿਲ ਜਾਏਗਾ, ਪਰ ਗਿਆਨ ਤੋਂ ਬਿਨਾਂ ਨਹੀਂ। ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ। ਤੇ ਪਰਮੇਸ਼ਵਰ ਦਾ ਨਾਮ ਵੀ ਗਿਆਨ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ।
ਨਾਮ ਦੀ ਪ੍ਰਾਪਤੀ ਵੀ ਗਿਆਨ ਨਾਲ ਹੋਣੀ ਹੈ, ਔਰ ਜਿਸ ਟਿਕਾਣੇ ਤੇ ਸਾਡੇ ਜੀਵ ਆਤਮਾ ਨੇ ਲੱਗਣਾ ਉਹ ਮਹਲ ਵੀ ਗਿਆਨ ਨਾਲ ਹੀ ਮਿਲਣਾ ਹੈ, ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਉਹਦੇ ਲਈ ਉਹਦੇ ਤੋਂ ਬਿਨਾਂ ਅਗਿਆਨਤਾ, ਤੇ ਅਗਿਆਨਤਾ 'ਚ ਪਤਾ ਹੀ ਨਹੀਂ ਲੱਗਣਾ ਕਿਹੜੇ ਰਾਹ ਜਾਣਾ ਤੇ ਕਿਹੜੇ ਨਹੀਂ ਜਾਣਾ। ਹਨੇਰਾ ਅਕਸਰ ਸਾਨੂੰ ਜਿਹੜਾ ਉਹ ਰਾਹ ਭੁਲਾ ਦਿੰਦਾ ਹੈ। ਜਿਹੜੇ ਰਾਹ ਜਾਣਾ ਅਸੀਂ ਉਹ ਛੱਡ ਕੇ ਹੋਰ ਰਾਹ ਪੈ ਜਾਂਦੇ ਹਾਂ। ਗੁਰੂ ਦਾ ਗਿਆਨ ਚਾਨਣ ਹੈ ਜੋ ਸਾਨੂੰ ਭੁੱਲਿਆਂ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਉਂਦਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਦੋ ਗੱਲਾਂ ਧਿਆਨ 'ਚ ਰੱਖਿਓ, ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ। ਗਿਆਨ ਤੋਂ ਬਿਨਾ ਮਹਿਲ ਵੀ ਨਹੀਂ ਮਿਲਣਾ ਤੇ ਨਾਮ ਤੋਂ ਬਿਨਾ, ਇਹ ਗਿਆਨ ਤੋਂ ਬਿਨਾ ਨਾਮ ਨਾ ਪ੍ਰਾਪਤ ਹੋਏ। ਹੁਣ ਗਿਆਨ ਕਿੱਥੋਂ ਮਿਲਣਾ ਹੈ? ਚਾਨਣ ਜਿਹੜਾ ਇਹ ਚਾਨਣ ਹੈ ਕਿੱਥੋਂ ਮਿਲ ਰਿਹਾ ਹੈ? ਸੂਰਜ ਤੋਂ। ਤੇ ਗਿਆਨ ਕਿੱਥੋਂ ਮਿਲਣਾ ਹੈ? ਗੁਰੂ ਤੋਂ। ਫਿਰ ਸਾਹਿਬ ਕਹਿੰਦੇ ਜਿਸ ਗਿਆਨ ਨਾਲ ਤੈਨੂੰ ਮਹਿਲ ਵੀ ਮਿਲਣਾ ਤੇ ਨਾਮ ਵੀ ਮਿਲਣਾ ਨਾ, ਐਸਾ ਸਤਿਗੁਰ ਲੋੜ ਲਹੋ। ਐਸਾ ਸਤਿਗੁਰੂ ਲੱਭ ਤੂੰ, ਜਿਹਦੇ ਕੋਲੋਂ ਉਹ ਗਿਆਨ ਮਿਲਣਾ ਹੈ ਜਿਹਨੇ ਤੇਰੇ ਅੰਦਰ ਦੇ ਅਗਿਆਨਤਾ ਨੂੰ ਕੱਟ ਕੇ ਤੈਨੂੰ ਨਾਮ ਨਾਲ ਵੀ ਜੋੜ ਦੇਣਾ, ਤੈਨੂੰ ਟਿਕਾਣੇ ਵੀ ਲਾ ਦੇਣਾ। ਐਸਾ ਸਤਿਗੁਰ ਲੋੜ ਲਹੋ, ਜਿਦੋਂ ਪਾਈਐ ਸੱਚ ਸੋਏ। ਜਿਹਦੇ ਤੋਂ, ਜਿਦੂ ਦਾ ਅਰਥ ਜਿਸ ਤੋਂ, ਜਿਹਦੇ ਕੋਲੋਂ ਸੱਚ ਪਰਮੇਸ਼ਵਰ ਦਾ ਨਾਮ ਪ੍ਰਾਪਤ ਹੋਣਾ ਹੈ, ਐਸਾ ਸਤਿਗੁਰੂ ਲੱਭੋ। ਐਸੇ ਸਤਿਗੁਰੂ ਦੀ ਲੋੜ ਮਹਿਸੂਸ ਕਰੋ ਕਿ ਮੈਨੂੰ ਐਸੇ ਸਤਿਗੁਰੂ ਦੀ ਲੋੜ ਹੈ, ਜ਼ਰੂਰਤ ਹੈ। ਪਰ ਜਿਹਨੂੰ ਨਹੀਂ ਸਮਝ ਆਈ ਉਹ ਤਾਂ ਕਹਿੰਦਾ ਮੈਨੂੰ ਹਜੇ ਦਰਿਆਵਾਂ ਦੀ ਜ਼ਰੂਰਤ ਹੈ, ਬਾਹਰ ਦੇ ਤੀਰਥਾਂ ਦੀ ਜ਼ਰੂਰਤ ਹੈ, ਬਾਹਰ ਦੇ ਵਰਤ ਰੱਖਣ ਦੀ ਜ਼ਰੂਰਤ ਹੈ, ਦਰਖਤਾਂ ਦੇ ਹੇਠਾਂ ਜਾ ਕੇ ਵੱਖ-ਵੱਖ ਤਰ੍ਹਾਂ ਦੇ ਧਾਗੇ, ਤਵੀਤ, ਦੀਵੇ ਬਾਲਣ ਦੀ ਲੋੜ ਹੈ। ਹਜੇ ਤੇ ਇਹ ਲੋੜ ਮਹਿਸੂਸ ਹੋ ਰਹੀ ਹੈ। ਪਰ ਜਿਹਨੂੰ ਸਮਝ ਆ ਗਈ ਉਹ ਕਹਿੰਦਾ ਨਹੀਂ, ਮੈਨੂੰ ਸਤਿਗੁਰੂ ਦੀ ਲੋੜ ਹੈ। ਉਹ ਸਤਿਗੁਰੂ ਦੀ ਲੋੜ ਹੈ ਜਿਹਦੇ ਬਾਰੇ ਮੈਂ ਸੁਣ ਰਿਹਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਉਹ ਐਸਾ ਸਤਿਗੁਰ ਲੋੜ ਲਹੋ। ਜਿਹੜੇ ਇਸ ਅਸਥਾਨ ਤੇ ਰਾਤ ਇਤਿਹਾਸ ਸੁਣਦੇ ਨੇ ਗੁਰੂ ਦਰਬਾਰ ਵਿੱਚ ਵੀ ਆ ਕੇ, ਤੇ ਆਪਣੇ ਆਪਣੇ ਘਰਾਂ ਦੇ ਵਿੱਚ ਮੀਡੀਆ ਰਾਹੀਂ ਜਿਹੜੇ ਇਤਿਹਾਸ ਸੁਣਦੇ ਨੇ ਗੁਰੂ ਨਾਨਕ ਸਾਹਿਬ ਦਾ। ਆਪ ਜੀ ਨੂੰ ਪਤਾ ਹੈ ਕਿ ਭਾਈ ਮਨ ਸੁਖ ਲਾਹੌਰ ਵਪਾਰੀ ਹੈ, ਪਰ ਮਨ ਅੰਦਰ ਨਾਸਤਕ ਹੋ ਚੁੱਕਾ ਹੈ। ਉਹਨੂੰ ਕਿਸੇ ਤੇ ਭਰੋਸਾ ਨਹੀਂ। ਜਦੋਂ ਭਾਈ ਭਗੀਰਥ ਜੀ ਗਏ ਨਾ ਸੁਲਤਾਨਪੁਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ, ਤੇ ਭਾਈ ਭਗੀਰਥ ਤੇ ਭਾਈ ਮਨਸੁਖ ਨਾਲ ਵਾਰਤਾਲਾਪ ਹੋ ਰਹੀ ਹੈ। ਉਹ ਕਹਿੰਦੇ ਵੀ ਮੈਂ ਇੱਕ ਰਾਤ ਰੁਕ ਕੇ ਅਗਲੇ ਦਿਨ ਵਾਪਸ ਜਾਣਾ, ਮੇਰੇ ਗੁਰੂ ਦਾ ਹੁਕਮ ਹੈ, ਮੇਰੇ ਮੁਰਸ਼ਿਦ ਦਾ ਹੁਕਮ ਹੈ। ਤੇ ਜੇ ਮੈਂ ਦੂਜੀ ਰਾਤ ਵੀ ਲਾਹੌਰ ਵਿੱਚ ਰੁਕਿਆ ਤੇ ਮੇਰਾ ਸਾਰਾ ਜਨਮ ਬੇਅਰਥ ਚਲਾ ਜਾਣਾ ਹੈ। ਭਾਈ ਮਨਸੁਖ ਕਹਿੰਦਾ ਇੰਨਾ ਭੈ ਤੇਰੇ ਅੰਦਰ ਮੁਰਸ਼ਿਦ ਦਾ, ਤੇਰੇ ਜਿਹੜਾ ਤੂੰ ਮੁਰਸ਼ਿਦ ਧਾਰਨ ਕੀਤਾ ਹੋਇਆ, ਇੰਨਾ ਭੈ ਕਿ ਇੱਕ ਰਾਤ ਤੋਂ ਵੱਧ ਦੂਜੀ ਰਾਤ ਨਹੀਂ ਤੂੰ ਰੁਕਣਾ। ਉਹ ਕਹਿਣ ਲੱਗੇ ਹਾਂ, ਕਿਉਂਕਿ ਮੇਰਾ ਮੁਰਸ਼ਿਦ ਅਧੂਰਾ ਨਹੀਂ ਹੈ, ਪੂਰਾ ਹੈ। ਤੇ ਭਾਈ ਮਨਸੁਖ ਨੇ ਕੀ ਕਿਹਾ ਸੀ? ਉਹ ਕਹਿੰਦਾ ਦੁਨੀਆ 'ਚ ਕੋਈ ਪੂਰਾ ਨਹੀਂ, ਸਾਰੇ ਹੀ ਅਧੂਰੇ ਨੇ। ਬੜੇ ਵੇਖੇ ਨੇ ਸਾਧੂ ਸੰਤ ਮਹਾਤਮਾ, ਕੋਈ ਨਹੀਂ ਮੈਨੂੰ ਪੂਰਾ ਮਿਲਿਆ, ਸਾਰੇ ਅਧੂਰੇ ਹੀ ਮਿਲੇ ਨੇ। ਤੇ ਭਾਈ ਭਗੀਰਥ ਨੇ ਆਖਿਆ ਸੀ, ਕਹਿਣ ਲੱਗੇ ਜਿਸ ਮੁਰਸ਼ਿਦ ਦੀ ਮੈਂ ਗੱਲ ਕਰਦਾ ਨਾ, ਜਿਹਦਾ ਮੈਂ ਮੁਰੀਦ ਬਣ ਗਿਆ, ਭਾਈ ਮਨਸੁਖ ਇੱਕ ਵਾਰ ਤੂੰ ਉਹਦੀ ਝਲਕ ਵੇਖ ਲਈ, ਇੱਕ ਵਾਰ ਤੂੰ ਕਿਤੇ ਭਾਵਨਾ ਦੀ ਅੱਖ ਨਾਲ ਉਹਨੂੰ ਵੇਖ ਲਈ। ਸੱਚ ਜਾਣੀ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਜਦੋਂ ਸਾਹਮਣੇ ਪ੍ਰਤੱਖ ਭਾਵਨਾ ਦੀ ਅੱਖ ਨਾਲ ਵੇਖੇਗਾ ਨਾ, ਤੇਰਾ ਤਨ ਮਨ ਨਾ ਖਿੜ ਗਿਆ ਤੇ ਤਾਂ ਤੂੰ ਕਹਿ ਦੇ ਜਿਸ ਦਾ ਮੈਂ ਮੁਰੀਦ ਬਣ ਗਿਆ, ਤੂੰ ਇੱਕ ਵਾਰੀ ਉਹਦਾ ਦਰਸ਼ਨ ਕਰਕੇ ਵੇਖ। ਕਹਿੰਦੇ ਨੇ ਐਸਾ ਸਤਿਗੁਰ ਲੋੜ ਲਹੋ।
ਤੂੰ ਐਸਾ ਸਤਿਗੁਰੂ ਇੱਕ ਵਾਰੀ ਦੇਖ ਤਾਂ ਸਹੀ ਆ ਕੇ। ਤੇ ਜਿੱਦਣ ਭਾਈ ਮਨ ਸੁਖ ਲਾਹੌਰ ਤੋਂ, ਇਹ ਰਾਤ ਇਤਿਹਾਸ ਚੱਲ ਰਿਹਾ ਹੈ, ਜਿਹੜਾ ਭਾਈ ਮਨ ਸੁਖ ਨਹੀਂ ਸੀ ਮੰਨਦਾ, ਤੇ ਜਦੋਂ ਲਾਹੌਰ ਤੋਂ ਸੁਲਤਾਨਪੁਰ ਆਇਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਹੱਟੀ ਤੇ ਸੌਦਾ ਜਿਹੜਾ ਉਹ ਤੋਲਦਿਆਂ ਵੇਖਿਆ, ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਮਨ ਸੁਖ ਨੂੰ ਕਿ ਮਨ ਦਾ ਸੁਖ ਮਿਲਿਆ ਕਿ ਨਹੀਂ ਮਿਲਿਆ। ਵਪਾਰ ਹਜੇ ਬਾਹਰ ਦਾ ਹੀ ਕਰਦਾ, ਕੱਚਾ ਵਪਾਰ ਕਰਦਾ, ਸੱਚਾ ਵਪਾਰੀ ਬਣਿਆ ਕਿ ਨਹੀਂ ਬਣਿਆ। ਬਸ ਆ ਦੋ ਬੋਲਾਂ ਨੇ ਮਨ ਸੁਖ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦਾ ਮੁਰੀਦ ਬਣਾ ਦਿੱਤਾ ਕਿ ਵਾਕਈ ਇਹ ਉਹ ਸਤਿਗੁਰ ਹੈ ਜਿਸ ਸਤਿਗੁਰੂ ਦੇ ਚਰਨੀ ਲੱਗਿਆ 3 ਗੁਣਾਂ ਦੀ ਹੱਦ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਐਸਾ ਸਤਿਗੁਰ ਲੋੜ ਲਹੋ ਜਿੱਦੋਂ ਪਾਈਐ ਸੱਚ ਸੋਏ। ਜਿਹਦੇ ਕੋਲੋਂ ਸਾਨੂੰ ਸੱਚ ਪਰਮੇਸ਼ਵਰ ਦਾ ਨਾਮ ਮਿਲਣਾ ਹੈ, ਉਹਦੇ ਨਾਲ ਕੀ ਹੋਏਗਾ? ਅਸੁਰ ਸੰਘਾਰੈ। ਅਸੁਰ, ਸੁਰ ਕਹਿੰਦੇ ਆ ਦੈਵੀ ਗੁਣਾਂ ਵਾਲਿਆਂ ਨੂੰ, ਤੇ ਆ ਐੜਾ ਨਾ ਵਾਚਕ ਹੈ। ਅਸੁਰ ਜਿਹਦੇ ਪੱਲੇ ਦੈਵੀ ਗੁਣ ਨਹੀਂ ਹੁੰਦੇ ਉਹਨੂੰ ਕਹਿੰਦੇ ਆ ਦੈਂਤ, ਸ਼ੈਤਾਨ। ਜਿਹੜਾ ਸਤਿਗੁਰੂ ਕੋਲੋਂ ਤੁਹਾਨੂੰ ਸੱਚਾ ਨਾਮ ਮਿਲਣਾ ਨਾ, ਉਹਨੇ ਤੁਹਾਡੇ ਅੰਦਰ ਦੇ ਅਸੁਰ, ਉਹਨਾਂ ਨੇ ਤੁਹਾਡੇ ਅੰਦਰ ਦੇ ਦੈਂਤਾਂ ਦਾ ਨਾਸ਼ ਕਰ ਦੇਣਾ। ਸਾਡੇ ਦੇਖੋ ਆ ਹਰ ਸਾਲ ਬਾਹਰੋਂ ਰਾਵਣ ਸਾੜ ਦਿੰਦੇ ਆ, ਰਾਵਣ ਸਾੜ ਕੇ ਖੁਸ਼ੀ ਮਨਾਉਂਦੇ ਆ। ਕਾਹਦੀ? ਇਹ ਤੇ ਸਾਡਾ ਮਨੋਰੰਜਨ ਬਣ ਗਿਆ ਵੀ ਜਾਓ, ਜਾ ਕੇ ਖਾ ਪੀ ਕੇ ਪੇਟ ਭਰ ਕੇ ਆਓ, ਝੂਟੇ ਲੈ ਕੇ ਆ ਜਾਓ, ਰੰਗ ਬਰੰਗੀ ਦੁਨੀਆ ਵੇਖ ਕੇ ਆ ਜਾਓ। ਬਸ ਜਿਹੜੇ ਅੰਦਰ ਅਸੀਂ ਰਾਵਣ ਲਈ ਫਿਰਦੇ ਆ ਉਹਨੂੰ ਮਾਰਨ ਨੂੰ ਤਿਆਰ ਨਹੀਂ। ਅਸੀਂ ਅੰਦਰ ਵੀ ਤੇ ਰਾਵਣ ਬੈਠਾ ਸਾਡੇ, ਪਰ ਉਹਦੇ ਕੋਲ ਤਾਂ ਫਿਰ ਵੀ ਬਹੁਤ ਗੁਣ ਸਨ। ਉਹ ਤਾਂ ਹੰਕਾਰ ਨੇ ਮੂਰਖ ਬਣਾ ਦਿੱਤਾ ਉਹਨੂੰ। ਇੱਕ ਹੀ ਦੋਸ਼ ਹੈ ਨਾ ਉਹਦੇ ਵਿੱਚ, ਹੰਕਾਰ ਦਾ। ਉਹਦੇ ਵਿੱਚ ਕਾਮ ਵਾਸ਼ਨਾਵਾਂ ਦਾ ਦੋਸ਼ ਤੇ ਨਹੀਂ ਹੈ ਨਾ। ਅੱਜ ਦੇ ਰਾਵਣ ਵੇਖ ਲਓ, ਅੱਜ ਸਾਡੀਆਂ ਧੀਆਂ ਕੁੱਖਾਂ 'ਚ ਮਰ ਰਹੀਆਂ ਨੇ, ਜਾਂ ਸਾਡੀਆਂ ਨੌਜਵਾਨ ਧੀਆਂ ਦੇ ਚਿਹਰਿਆਂ ਤੇ ਤੇਜ਼ਾਬ ਸੁੱਟ ਕੇ ਸਾਰੀ ਜ਼ਿੰਦਗੀ ਉਹਨਾਂ ਦੇ ਚਿਹਰੇ ਵਿਗਾੜ ਦਿੱਤੇ। ਉਹਨਾਂ ਧੀਆਂ ਨੂੰ ਇਹ ਹਾਲ ਪੁੱਛੋ ਕਦੀ ਜਾ ਕੇ, ਜਿਨ੍ਹਾਂ ਦੇ ਚਿਹਰਿਆਂ ਉੱਤੇ ਤੇਜ਼ਾਬ ਸੁੱਟ ਕੇ, ਪੂਰੀ ਬੋਡੀ ਤੇ ਤੇਜ਼ਾਬ ਸੁੱਟ ਕੇ ਸਾਰੀ ਜ਼ਿੰਦਗੀ ਉਹਨਾਂ ਦੇ ਹਾਲਤ ਵਿਗਾੜ ਦਿੱਤੀ। ਉਹਨਾਂ ਨੂੰ ਪੁੱਛੋ ਜਾ ਕੇ। ਜਿੰਨੀਆਂ ਛੋਟੀਆਂ ਛੋਟੀਆਂ ਬੱਚੀਆਂ, ਨੌਜਵਾਨ ਧੀਆਂ ਦੀ ਪੱਤ ਲੁੱਟ ਲਈ ਗਈ, ਇੱਜ਼ਤ ਲੁੱਟ ਲਈ ਗਈ, ਉਹਨਾਂ ਦੀ ਆਬਰੂ ਲੁੱਟ ਲਈ ਗਈ, ਔਰ ਇੱਜ਼ਤ ਲੁੱਟਣ ਤੋਂ ਬਾਅਦ ਉਹਨਾਂ ਨੂੰ ਜਿਉਂਦਿਆਂ ਅੱਗ 'ਚ ਸਾੜ ਦਿੱਤਾ ਗਿਆ। ਉਹਨਾਂ ਦੀ ਜ਼ਿੰਦਗੀ ਵੱਲ ਕਦੀ ਝਾਤ ਮਾਰੋ ਕਿ ਜਿਹਨੂੰ ਅਸੀਂ ਸਾੜ ਰਹੇ ਹਾਂ ਉਹ ਰਾਵਣ ਅਸਲ ਵਿੱਚ ਹੈ, ਕਿ ਜਿਹਨੇ ਪੱਤ ਲੁੱਟ ਕੇ ਜਿਉਂਦਾ ਸਾੜ ਦਿੱਤਾ ਉਹ ਰਾਵਣ ਹੈ ਅਸਲ ਵਿੱਚ। ਸਾਡੇ ਅੰਦਰ ਜੇ ਹੰਕਾਰ ਹੈ ਨਾ, ਹੰਕਾਰ, ਮੈਨੂੰ ਮਾਫ ਕਰਨਾ, ਜੇ ਸਾਡੇ ਅੰਦਰ ਹੋਮੇ ਹੈ ਤੇ ਹਰ ਇੱਕ ਅੰਦਰ ਰਾਵਣ ਬੈਠਾ ਹੋਇਆ ਹੈ। ਜਿਹਦੀ ਗੁਰਬਾਣੀ ਗੱਲ ਕਰਦੀ ਹੈ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਇੱਥੇ ਹੰਕਾਰ ਦੀ ਗੱਲ ਚੱਲ ਰਹੀ ਹੈ ਵੀ ਉਹਨੂੰ ਆਪਣੀ ਲੰਕਾ ਦਾ ਮਾਣ, ਆਪਣੀ ਲੰਕਾ ਦਾ ਹੰਕਾਰ ਸੀ, ਪਰ ਉਹ ਮੂਰਖ ਬਣ ਗਿਆ। ਉਹਨੂੰ ਇਹ ਨਹੀਂ ਸੀ ਪਤਾ ਕਿ ਲੈ ਕੇ ਕੀ ਜਾਣਾ ਦੁਨੀਆ 'ਚ, ਕੱਖ ਨਹੀਂ ਜਾਣਾ। ਉਹ ਮੂਰਖ ਰਾਵਣ ਕੀ ਲੈ ਗਿਆ ਦੁਨੀਆ 'ਚੋਂ? ਕੁਛ ਨਹੀਂ ਲੈ। ਕਬੀਰ ਸਾਹਿਬ ਜੀ ਦੇ ਹੀ ਬਚਨ ਨੇ, ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਆਪਣੇ ਬੋਲਾਂ ਦੇ ਵਿੱਚ, 1 ਲੱਖ ਪੂਤ 1.25 ਲੱਖ ਨਾਤੀ ਤਹਿ ਰਾਵਣ ਘਰ ਦੀਆ ਨਾ ਬਾਤੀ। ਉਹ ਮੂਰਖ ਸੀ, ਹੰਕਾਰ ਕਰ ਬੈਠਾ, ਪਰ ਜੇ ਦੇਖਿਆ ਜਾਏ ਤੇ ਉਹ 4 ਵੇਦਾਂ ਦਾ ਪਾਠੀ ਹੈ। ਜੇ ਵੇਖਿਆ ਜਾਏ ਤੇ ਉਹਦੇ ਕੋਲ ਵਿਦਵਤਾ ਬਹੁਤ ਜ਼ਿਆਦਾ ਹੈ, ਪਰ ਇੱਕ ਹੰਕਾਰ ਨੇ ਉਹਦੀ ਵਿਦਵਤਾ ਨੂੰ ਖਤਮ ਕਰ ਦਿੱਤਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਨਿਫਲ ਹੋ ਗਿਆ ਉਹਦਾ ਸਾਰਾ ਕੁਝ ਜਿਹੜਾ ਸੀ, ਨਿਫਲ ਹੋ ਗਿਆ, ਕਿਉਂਕਿ ਉਹਦੇ ਹੰਕਾਰ ਨੇ ਪਾਣੀ ਫੇਰ ਦਿੱਤਾ। ਸੱਚ ਤਾਂ ਇਹ ਸੀ ਕਿ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਕਛ ਥਿਰ ਨਹੀਂ, ਸੁਪਨੇ ਜਿਉ ਸੰਸਾਰ। ਇਹ ਤਾਂ ਸੁਪਨੇ ਦੀ ਤਰ੍ਹਾਂ ਸੰਸਾਰ ਹੈ, ਕੁਛ ਵੀ ਥਿਰ ਰਹਿਣ ਵਾਲਾ ਨਹੀਂ।
ਅਸੀਂ ਉਹਨੂੰ ਹਰ ਸਾਲ ਸਾੜ ਕੇ ਖੁਸ਼ੀ ਤਾਂ ਮਨਾ ਰਹੇ ਹਾਂ, ਪਰ ਅੰਦਰ ਦਾ ਰਾਵਣ ਤੇ ਨਾਲ ਹੀ ਲੈ ਕੇ ਆ ਰਹੇ ਹਾਂ। ਅੰਦਰ ਦੇ ਰਾਵਣ ਨੂੰ ਸਾੜੋ, ਅੰਦਰ ਦੇ ਰਾਵਣ ਨੂੰ ਖਤਮ ਕਰੋ। ਆ ਜਿਹੜੇ ਦੈਂਤ ਬੈਠੇ ਆ ਨਾ ਅੰਦਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਅਸੀਂ ਕਹਿੰਦੇ ਆ ਵੀ ਬੁਰਿਆਈ ਸੜ ਗਈ, ਚੰਗਿਆਈ ਦਾ ਜਿਹੜਾ ਉਹਦਾ ਪ੍ਰਕਾਸ਼ ਹੋਇਆ। ਅੱਜ ਕਿੰਨੇ ਰਾਵਣ ਇਸ ਧਰਤੀ ਤੇ ਸੜਨੇ ਆ। ਕੱਲ ਜਿਹੜਾ ਸੂਰਜ ਸਵੇਰੇ ਚੜ੍ਹਨਾ ਕਿ ਬੁਰਿਆਈ ਖਤਮ ਹੋ ਜਾਏਗੀ, ਕਿ ਸਮਾਜ ਵਿੱਚੋਂ ਦੀ ਗੰਦਗੀ ਖਤਮ ਹੋ ਜਾਏਗੀ, ਕਿ ਸਮਾਜ ਵਿੱਚੋਂ ਦਰਿੰਦਗੀ ਖਤਮ ਹੋ ਜਾਏਗੀ, ਕਿ ਅੱਜ ਤੋਂ ਬਾਅਦ ਕਿਸੇ ਵੀ ਧੀ ਭੈਣ ਦੀ ਇੱਜ਼ਤ ਪੱਤ ਨੂੰ ਮਿੱਟੀ 'ਚ ਨਹੀਂ ਰੋਲਿਆ ਜਾਏਗਾ, ਕਿ ਅੱਜ ਤੋਂ ਬਾਅਦ ਧੀਆਂ ਨੂੰ ਕੁੱਖਾਂ ਵਿੱਚ ਨਹੀਂ ਮਾਰਿਆ ਜਾਏਗਾ। ਆਪਣੇ ਅੰਦਰ ਨੂੰ ਜਿਹੜੀ ਅੰਦਰ ਦੈਂਤ ਬੈਠੇ ਹੋਏ ਆ ਉਹਨਾਂ ਦਾ ਸੰਘਾਰ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਤਾਂ ਅਸਲ ਖੁਸ਼ੀਆਂ ਮਿਲਣੀਆਂ। ਅਰਦਾਸ ਕਰੋ। ਸਾਨੂੰ ਤਾਂ ਨਿਤ ਦੇ ਨੇਮ ਵਿੱਚ ਮਹਾਰਾਜ ਕਹਿੰਦੇ ਅਰਦਾਸ ਕਰ ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਆ ਦੁਸ਼ਟ ਜਿਨ੍ਹਾਂ ਨੇ ਮੈਨੂੰ ਦੁੱਖ ਤੋਂ ਸਿਵਾ ਦਿੱਤਾ ਹੀ ਕੁਛ ਨਹੀਂ ਹੈ, ਜ਼ਿੰਦਗੀ ਨੂੰ ਨਰਕ ਬਣਾ ਦਿੱਤਾ, ਮਨੁੱਖ ਨੂੰ ਦੈਂਤ ਬਣਾ ਦਿੱਤਾ। ਜਿਸ ਮਨੁੱਖ ਨੇ ਦੈਵੀ ਗੁਣ ਲੈਣੇ ਸਨ ਉਸ ਮਨੁੱਖ ਨੂੰ ਹੈਵਾਨ ਸ਼ੈਤਾਨ ਬਣਾ ਦਿੱਤਾ। ਦੁਸ਼ਟ ਦੋਖ ਤੇ ਲਿਹੋ ਬਚਾਈ, ਸਾਨੂੰ ਬਚਾ ਲਓ ਉਹਦੇ ਤੋਂ। ਤੇ ਉਹਨਾਂ ਦਾ ਸੰਘਾਰ ਕਿਵੇਂ ਹੋਣਾ ਸੀ? ਕਹਿੰਦੇ ਸਤਿਗੁਰੂ ਦੇ ਗਿਆਨ ਰਾਹੀਂ ਐਸਾ ਸਤਿਗੁਰ ਲੋੜ ਲਹੋ, ਜਿਦੂ ਪਾਈਐ ਸੱਚ ਸੋਏ। ਉਹ ਸੱਚ ਦਾ ਨਾਮ ਕੀ ਕਰਨਾ ਸੀ? ਅਸੁਰ ਸੰਘਾਰੈ। ਸਾਡੇ ਅੰਦਰ ਜਿਹੜੇ ਦੈਂਤ ਬੈਠੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦਾ ਸੰਘਾਰ ਹੋਣਾ ਸੀ। ਇਹ ਜਿਹੜੇ ਅੰਦਰ ਅਵਗੁਣਾ ਨਾਲ ਭਰੇ ਹੋਏ ਦੈਂਤ ਨੇ, ਇਹਨਾਂ ਦਾ ਅੰਦਰ ਨਾਸ਼ ਹੋਣਾ ਸੀ। ਅਸੁਰ ਸੰਘਾਰੈ। ਜਦੋਂ ਤੁਹਾਡੇ ਸਾਡੇ ਅੰਦਰ ਦੇ ਇਹ ਦੈਂਤ ਦਾ ਸੰਘਾਰ ਹੋਏਗਾ, ਸੁਖ ਵਸੈ, ਤਾਂ ਫਿਰ ਅੰਦਰ ਸੁਖ ਵਸਣਾ। ਜੋ ਤਿਸ ਭਾਵੈ ਸੋ ਹੋਏ। ਫਿਰ ਭਾਵਨਾ ਪਤਾ ਕੀ ਬਣੇ? ਪਹਿਲੇ ਹੰਕਾਰ ਵਿੱਚ ਕੀ ਸੀ? ਰਾਵਣ ਇਹ ਕਹਿੰਦਾ ਸੀ ਨਾ ਵੀ ਮੈਂ ਹਾਂ, ਮੈਂ ਹਾਂ, ਜੋ ਮੈਂ ਕਵਾਂਗਾ ਉਹੀ ਕੁਛ ਹੋਣਾ, ਜੋ ਮੈਂ ਕਰਾਂਗਾ ਉਹੀ ਕੁਛ ਹੋਣਾ। ਪਹਿਲਾਂ ਮੈਂ ਚੱਲਦੀ ਸੀ। ਹੁਣ ਜਦੋਂ ਦੈਂਤ ਦਾ ਸੰਘਾਰ ਹੋ ਗਿਆ, ਹੁਣ ਕਹਿੰਦਾ ਜੋ ਤਿਸ ਭਾਵੈ ਸੋ ਹੋਏ। ਜੋ ਉਸ ਮਾਲਕ ਨੂੰ ਭਾਉਂਦਾ ਹੈ ਉਹੀ ਕੁਛ ਹੋਣਾ ਹੈ, ਕਿਉਂਕਿ ਅੰਦਰ ਹੁਣ ਮੈਂ ਨਹੀਂ ਰਹੀ। ਹੁਣ ਕਬੀਰ ਤੂੰ ਕਰਤਾ, ਤੂੰ ਹੁਆ ਮੁਝ ਮੇ ਰਹਾ ਨਾ ਹੂ। ਉਹ ਜਿਹੜੀ ਹੂੰ ਸੀ ਨਾ ਅੰਦਰ ਹੋਮੇ, ਉਹ ਅੰਦਰੋਂ ਖਤਮ ਹੋ ਗਈ। ਹੁਣ ਤੇ ਬਸ ਇਹ ਕਹਿੰਦਾ ਵੀ ਜੋ ਤਿਸ ਭਾਵੈ, ਜੋ ਉਸ ਮਾਲਕ ਨੂੰ ਭਾਉਂਦਾ ਹੈ ਸੋ ਹੋਏ, ਉਹੀ ਕੁਛ ਹੋਣਾ ਹੈ। ਮੇਰੇ ਕੀਤੇ ਕਰਾਇਆ ਕੁਛ ਨਹੀਂ ਹੋਣਾ। ਭਾਵ ਉਹਦੇ ਹੁਕਮ ਵਿੱਚ ਚੱਲਣਾ, ਉਹਦੀ ਰਜ਼ਾ ਦੇ ਵਿੱਚ ਤੁਰਨਾ। ਜਦੋਂ ਉਹਦੇ ਹੁਕਮ, ਉਹਦੀ ਰਜ਼ਾ ਦੇ ਵਿੱਚ ਤੁਰੇ, ਸੁਖ ਵਸੈ। ਸੁਖ ਉਹਦੇ ਹੁਕਮ ਵਿੱਚ ਹੈ, ਸੁਖ ਉਹਦੀ ਰਜ਼ਾ ਦੇ ਵਿੱਚ ਤੁਰ ਕੇ ਮਿਲਣਾ। ਪਰ ਉਹ ਕਿਵੇਂ ਮਿਲਣਾ? ਸਤਿਗੁਰੂ ਦੇ ਰਾਹੀਂ। ਤੇ ਮਹਾਰਾਜ ਕਹਿੰਦੇ ਐਸਾ ਸਤਿਗੁਰ ਲੋੜ ਲਹੋ। ਤੁਸੀਂ ਅਧੂਰਿਆਂ ਮਗਰ ਭਟਕ ਰਹੇ ਹੋ, ਸੁੱਖ ਨਹੀਂ ਮਿਲ ਰਿਹਾ, ਦੈਂਤਾਂ ਦਾ ਨਾਸ਼ ਨਹੀਂ ਹੋ ਰਿਹਾ। ਤੇ ਜਿਹੜੇ ਆਪਣੇ ਆਪ ਨੂੰ ਰੱਬ ਬਣਾ ਕੇ ਬੈਠੇ ਹੋਏ ਆ, ਉਹਨਾਂ ਵਿੱਚੋਂ ਵੀ ਦੈਂਤ ਹੀ ਨਿਕਲ ਰਹੇ ਨੇ। ਉਹ ਵੀ ਅੰਦਰੋਂ ਦੈਂਤ ਦਾ ਹੀ ਰੂਪ ਧਾਰ ਕੇ ਬੈਠੇ ਆ, ਪਹਿਰਾਵਾ ਰੱਬ ਦੇ ਨਾਮ ਦਾ, ਤੇ ਅੰਦਰ ਬੈਠੇ ਦੈਂਤ ਹੋਏ ਨੇ। ਉਹਨਾਂ ਦੈਂਤਾਂ ਨੇ ਫਿਰ ਕੀ ਕੀਤਾ? ਕਿੰਨਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਕਿੰਨਿਆਂ ਦੀ ਪੱਤ ਰੋਲੀ, ਕਿੰਨਿਆਂ ਦੀ ਗਰੀਬੀ ਦਾ ਫਾਇਦਾ ਉਠਾਇਆ, ਕਿੰਨੇ ਲੋਕ ਗੁੰਮਰਾਹ ਕਰ ਦਿੱਤੇ। ਪਰ ਜਿਸ ਸਤਿਗੁਰੂ ਕੋਲ ਤੁਸੀਂ ਆਏ ਹੋ, ਉਹ ਸਤਿਗੁਰੂ ਤੁਹਾਨੂੰ ਹਰ ਪੱਖ ਤੋਂ ਮੁਕਤ ਕਰਵਾ ਕੇ ਤੁਹਾਨੂੰ ਅਸਲ ਸੁੱਖ, ਕਿਉਂਕਿ ਗੁਰੂ ਸਾਹਿਬ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਤੁਸੀਂ ਗਲਤ ਸ਼ਰਨ ਵਿੱਚ ਚਲੇ ਗਏ, ਤੁਹਾਨੂੰ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਸੀ ਜੇ ਸਦਾ ਲਈ ਸੁੱਖ ਲੈਣਾ ਚਾਹੁੰਦੇ ਸੀ। ਇਸ ਲਈ ਕਹਿ ਰਹੇ ਨੇ ਐਸੇ ਸਤਿਗੁਰੂ ਨੂੰ ਆਪਣਾ ਆਪਾ ਸਮਰਪਣ ਕਰ ਦਿਓ, ਜਿਸ ਸਤਿਗੁਰੂ ਦੇ ਰਾਹੀਂ ਸੱਚ ਦੀ ਪ੍ਰਾਪਤੀ ਹੋਣੀ ਹੈ ਔਰ ਅਸੁਰ ਦਾ ਨਾਸ਼ ਹੋਣਾ ਹੈ।
ਤੇ ਸੁਖ ਮਨ ਵਿੱਚ ਵਸਣਾ ਹੈ ਤੇ ਉਸ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ। ਜਿੱਥੇ ਆਪਾਂ ਐਸੇ ਸਤਿਗੁਰੂ ਨੂੰ ਮਿਲ ਕੇ ਹੀ ਆਪਾਂ ਇਸ ਅਵਸਥਾ 'ਚ ਪਹੁੰਚ ਸਕਦੇ ਹਾਂ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ। ਅਸੀਂ ਇਹ ਅਵਸਥਾ ਹੈ ਚੌਥੀ ਅਵਸਥਾ, ਇਹ ਸਤਿਗੁਰੂ ਦੇ ਮਿਲਾਪ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ। ਇਹ ਸਹਸਾ ਮੁਲੈ ਨਾਹੀ ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ। ਚੌਥੇ ਪਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਪਹਿਲਾਂ ਆਖਿਆ ਸੀ ਐਸਾ ਸਤਿਗੁਰ ਲੋੜ ਲਹੋ, ਐਸੇ ਸਤਿਗੁਰੂ ਦੀ ਪ੍ਰਾਪਤੀ ਕਰੋ ਜਿੱਥੇ ਆ ਕੇ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਕਹਿੰਦੇ ਨੇ ਐਸਾ ਸਤਿਗੁਰੂ ਜਿਹੜਾ ਨਾ ਫਿਰ ਜਿੱਦਾਂ ਦੀ ਭਾਵਨਾ ਰੱਖ ਕੇ ਆਓਗੇ ਉਦਾਂ ਦਾ ਹੀ ਫਲ ਮਿਲਣਾ ਹੈ। ਕਿਉਂਕਿ ਆਹ ਜਿਹੜਾ ਸਤਿਗੁਰੂ ਹੈ ਨਾ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿੱਦਾਂ ਦੇ ਬਣ ਕੇ ਆਵਾਂਗੇ ਉਦਾਂ ਦਾ ਹੀ ਸਤਿਗੁਰੂ ਜੀ ਨੇ ਸਾਨੂੰ ਰੂਪ ਦਿਖਾ ਦੇਣਾ ਹੈ। ਕਾਮੀ ਬਣ ਕੇ ਆਏ, ਮਹਾਰਾਜ ਕਹਿੰਦੇ ਤੂੰ ਕਾਮੀ ਹੈ। ਕਰੋਧੀ ਬਣ ਕੇ ਆਏ, ਮਹਾਰਾਜ ਕਹਿੰਦੇ ਆ ਗੁਰਬਾਣੀ ਦਾ ਸ਼ੀਸ਼ਾ ਵੇਖ ਲੈ, ਇਹਦੇ ਵਿੱਚ ਤੈਨੂੰ ਕ੍ਰੋਧ ਨਜ਼ਰ ਆਏਗਾ। ਤੂੰ ਚੰਡਾਲ ਦਾ ਰੂਪ ਬਣਾ ਕੇ ਆਇਆ। ਸਭ ਕਹਿੰਦੇ ਜੈਸੀ ਭਾਵਨਾ ਹੰਕਾਰ ਵਿੱਚ ਆਵਾਂਗੇ ਤਾਂ ਅੱਗੋਂ ਫਿਰ ਬੋਲ ਵੀ ਉਸ ਤਰ੍ਹਾਂ ਦੇ ਸੁਣਾਈ ਦੇਣਗੇ। ਲੋਭ ਵਿੱਚ ਆਵਾਂਗੇ ਤੇ ਉਸ ਤਰ੍ਹਾਂ ਦਾ ਚਿਹਰਾ ਸਾਨੂੰ ਦਿਖਾਈ ਦੇਗਾ। ਜਿੱਦਾਂ ਦੀ ਭਾਵਨਾ ਰੱਖ ਕੇ ਆਵਾਂਗੇ ਉਸੇ ਤਰ੍ਹਾਂ ਦਾ ਹੀ ਸਾਨੂੰ ਰੂਪ ਗੁਰਬਾਣੀ 'ਚੋਂ ਦਿਖਾਈ ਦੇਵੇਗਾ। ਕਿਉਂਕਿ ਇਹ ਸਤ ਗੁਰ ਸੱਚਾ ਗਿਆਨ ਜਿਹਦੇ ਅੰਦਰ ਭਰਪੂਰ ਹੈ, ਉਹਨਾਂ ਸੱਚ ਸੁਣਾਏ ਸੀ। ਸੱਚ ਕੀ ਵੇਲਾ, ਹਰ ਸਮੇਂ ਗੁਰਬਾਣੀ 'ਚੋਂ ਸੱਚ ਹੀ ਨਿਕਲਣਾ ਹੈ। ਤੇ ਜਦੋਂ ਅਸੀਂ ਸਤਿਗੁਰੂ ਕੋਲ ਆਏ ਤੇ ਅਸੀਂ ਆਏ ਹਾਂ ਆਪਣੇ ਵਿਛੋੜੇ ਦਾ ਦੁੱਖ ਮਿਟਾ ਕੇ ਤੇ ਮਿਲਾਪ ਦਾ ਸੁੱਖ ਲੈਣ ਲਈ। ਤੇ ਮਹਾਰਾਜ ਨੇ ਆਖਿਆ ਸੀ ਜਿੱਦਾਂ ਤੂੰ ਆਇਆ ਇਦਾਂ ਤੇ ਮਿਲਾਪ ਹੋਣਾ ਹੀ ਕੋਈ ਨਹੀਂ। ਤੈਨੂੰ ਇਹ ਰੰਗ ਉਤਾਰਨੇ ਪੈਣੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਹਿਲਾਂ ਛੁਟਕਾਰਾ ਪਾਉਣਾ ਪੈਣਾ ਹੈ। ਫਿਰ ਸਤ ਸੰਤੋਖ ਦਇਆ ਧਰਮ ਸਬਰ ਸ਼ਾਂਤੀ ਵਾਲੇ ਗੁਣ ਲੈ ਕੇ ਤਾਂ ਉਹਦੇ ਨਾਲ ਮਿਲਾਪ ਹੋਣਾ ਹੈ। ਤਾਂ ਸਭ ਕਹਿੰਦੇ ਜਿਹਾ ਸਤਿਗੁਰ ਕਰ ਜਾਣਿਆ, ਜਿਹਾ ਜਿਸ ਤਰ੍ਹਾਂ ਸਤਿਗੁਰੂ ਨੂੰ ਜਾਣੋਗੇ ਤੇਹੋ ਜਿਹਾ ਸੁਖ ਹੋਏ, ਉਹੋ ਜਿਹਾ ਹੀ ਸੁਖ ਤੁਸੀਂ ਲੈ ਲਓਗੇ। ਰਾਤ ਵੀ ਜ਼ਿਕਰ ਕੀਤਾ ਸੀ ਕਿ ਇੱਕ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਭਾਵਨਾ ਨਾਲ ਹੱਥ ਜੋੜ ਕੇ ਕਹਿੰਦੇ ਆ ਸਤਿਗੁਰੂ ਤੁਹਾਡੇ ਦਰ ਤੇ ਅਵਗੁਣਾਂ ਨਾਲ ਭਰੇ ਆਏ ਆ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਸਾਨੂੰ ਸ਼ੁਭ ਗੁਣ ਦੇ ਦਿਓ। ਇੱਕ ਉਹ ਨੇ ਜਿਹੜੇ ਕਹਿੰਦੇ ਆ ਹਮ ਅੰਧਲੇ ਅੰਧ ਵੇਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਪਰ ਇੱਕ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਵਾਸਤੇ ਆਉਂਦੇ ਆ। ਇੱਕ ਉਹ ਨੇ ਜਿਹੜੇ ਸਤਿਗੁਰੂ ਜੀ ਦੀ ਬੇਅਦਬੀ ਕਰਨ ਵਾਸਤੇ ਆਉਂਦੇ ਆ। ਕਹਿੰਦੇ ਭਾਈ ਜਿਸ ਤਰ੍ਹਾਂ ਦਾ ਸਤਿਗੁਰੂ ਨੂੰ ਜਾਣ ਕੇ ਆਏਗਾ ਉਦਾਂ ਦਾ ਹੀ ਅੱਗੋਂ ਫਲ ਲੈ ਲੇਗਾ। ਤੂੰ ਜਾਣਨਾ ਹੈ ਨਾ ਵੀ ਸਤਿਗੁਰੂ ਕੀ ਹੈ। ਜਿੱਦਾਂ ਸਤਿਗੁਰੂ ਨੂੰ ਜਾਣ ਲਵਾਂਗੇ ਉਦਾਂ ਦਾ ਹੀ ਫਲ ਸਾਨੂੰ ਮਿਲ ਜਾਣਾ ਹੈ। ਜਿੰਨੀ ਭਾਵਨਾ ਨਾਲ ਅਸੀਂ ਸਤਿਗੁਰੂ, ਬੜੀ ਵਾਰ ਜ਼ਿਕਰ ਕੀਤਾ ਕਿ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ, ਜਿਹਨੂੰ ਕਹਿੰਦੇ ਆ ਮਹਾਰਾਜ ਦੀ ਤਾਬਿਆਂ ਬੈਠ ਕੇ ਪਾਠ ਕਰਦੇ ਆ, ਤੁਸੀਂ ਪੂਰਾ ਧਿਆਨ ਆਪਣੇ ਵੱਲੋਂ ਸੁਚੇਤ ਹੋ ਕੇ ਪਾਠ ਅਸੀਂ ਕਰਨਾ ਹੈ। ਆਪਣੇ ਤੋਂ ਸ਼ੁਰੂਆਤ ਕਰਕੇ ਵੀ ਮੇਰੇ ਹੱਥ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੂੰ ਲੱਗਣੇ ਆ, ਸਰੂਪ ਨੂੰ ਲੱਗਣੇ ਆ, ਉਹ ਹੱਥ ਕਿਤੇ ਮੇਰੇ ਪੈਰਾਂ ਨੂੰ ਤਾਂ ਨਹੀਂ ਲੱਗਦੇ। ਜਿਹੜੇ ਹੱਥਾਂ ਨਾਲ ਮੈਂ ਗੁਰੂ ਸਾਹਿਬ ਜੀ ਦੇ ਅੰਗ ਪਰਤਨੇ ਆ ਉਹ ਕਿਤੇ ਹੱਥਾਂ ਦੇ ਨਾਲ ਕੋਈ ਅੰਗ ਮੁੜ ਤਾਂ ਨਹੀਂ ਜਾਂਦਾ। ਇਹ ਧਿਆਨ ਰੱਖਣ ਯੋਗ ਗੱਲਾਂ ਨੇ, ਕਿਉਂਕਿ ਅਸੀਂ ਅਣਗਹਿਲੀ ਕਰ ਜਾਂਦੇ ਆ ਤੇ ਬਾਅਦ ਵਿੱਚ ਕਹਿੰਦੇ ਆ ਜੀ ਭੁੱਲ ਹੋ ਗਈ, ਸਾਡੇ ਕੋਲੋਂ ਗਲਤੀ ਹੋ ਗਈ। ਜਿੱਥੋਂ ਅੰਗ ਮੁੜ ਜਾਣਾ ਤੁਹਾਨੂੰ ਪਤਾ ਹੈ ਉੱਥੋਂ ਫਿਰ ਉਸ ਅੰਗ ਦਾ ਕੀ ਹਾਲ ਹੋਣਾ ਹੈ।
ਅਸੀਂ ਸਤਿਗੁਰੂ ਨੂੰ ਸਤਿਗੁਰੂ ਕਰਕੇ ਨਹੀਂ ਜਾਣਿਆ। ਠੀਕ ਹੈ, ਮੁਬਾਰਕ ਹੈ, ਬੈਠੇ ਆ, ਪਾਠ ਕੀਤਾ, ਪਰ ਸਤਿਗੁਰੂ ਨੂੰ ਸਤਿਗੁਰੂ ਕਰਕੇ ਵੀ ਤਾਂ ਜਾਣੀਏ ਆਪਾਂ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜੇਹਾ ਸਤਿਗੁਰ ਕਰ ਜਾਣਿਆ। ਜਿੱਦਾਂ ਦਾ ਸਤਿਗੁਰੂ ਨੂੰ ਕਰਕੇ ਜਾਣੋਗੇ, ਤੇਹਾ ਜਿਹਾ ਸੁਖ ਹੋਏ, ਉਦਾਂ ਦਾ ਸੁਖ ਪਾਲੋਗੇ। ਇਹ ਸਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਮੂਲੇ ਦਾ ਅਰਥ ਹੈ ਬਿਲਕੁਲ ਸ਼ੰਕਾ ਵਾਲੀ ਗੱਲ ਨਹੀਂ, ਕੋਈ ਬਿਲਕੁਲ ਰੱਤੀ ਭਰ ਵੀ ਸ਼ੰਕਾ ਵਾਲੀ ਗੱਲ ਨਹੀਂ। ਭਾਉ ਲਾਏ ਜਨ ਕੋਏ, ਕੋਈ ਵਿਰਲਾ ਹੀ ਹੈ ਜਿਹੜਾ ਜਨ ਬਣ ਕੇ ਭਾਉ ਪ੍ਰੇਮ ਕਰਦਾ ਹੈ ਸਤਿਗੁਰੂ ਨੂੰ। ਕੋਈ ਵਿਰਲਾ ਹੀ ਹੈ ਜਿਹੜਾ ਪਿਆਰ ਭਾਵਨਾ ਨਾਲ ਭਿੱਜਾ ਹੋਇਆ ਸਤਿਗੁਰੂ ਨਾਲ ਪਿਆਰ ਕਰਦਾ ਹੈ। ਇਹ ਵੀ ਪੰਕਤੀਆਂ ਆਪਾਂ ਬੜੀ ਵਾਰ ਸਰਵਣ ਕੀਤੀਆਂ ਨੇ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਕਹਿੰਦੇ ਸਾਰੇ ਹੀ ਆ ਰਹੇ ਨੇ, ਤੇ ਜਿਹੜੇ ਆ ਰਹੇ ਨੇ ਉਹ ਸਿੱਖ ਵੀ ਅਖਵਾਰੇ ਨੇ, ਸੇਵਕ ਵੀ ਅਖਵਾਰੇ ਨੇ। ਪਰ ਪਿਆਰ ਕਿਹੜੇ ਕਰਦੇ ਨੇ? ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ ਲਿਆ। ਤੇ ਆਇਆ ਸਾਰੇ ਹੀ ਰਹੇ ਨੇ, ਪਰ ਉਹਨਾਂ ਵਿੱਚੋਂ ਵਿਰਲੇ ਨੇ ਜਿਨ੍ਹਾਂ ਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਸ ਲਈ ਸਭ ਕਹਿੰਦੇ ਨੇ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ, ਕੋਈ ਇਹਦੇ ਵਿੱਚ ਸ਼ੰਕਾ ਨਹੀਂ ਹੈ। ਜਿਹੜਾ ਪਿਆਰ ਭਾਵਨਾ ਨਾਲ ਜਨ ਬਣ ਕੇ ਆਇਆ, ਉਹਨੇ ਉਸ ਤਰ੍ਹਾਂ ਦਾ ਫਲ ਪਾ ਲਿਆ। ਕਹਿੰਦੇ ਨਾਨਕ ਏਕ ਜੋਤ ਦੋਏ ਮੂਰਤੀ। ਹੁਣ ਗੱਲ ਸਤਿਗੁਰੂ ਦੀ ਚੱਲ ਰਹੀ ਹੈ। ਇੱਥੇ ਇੱਕ ਬਚਨ ਆਪਾਂ ਪੜ੍ਹਦੇ ਹਾਂ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਉੱਥੇ ਧਨ ਤੇ ਪਿਰ ਦੀ ਗੱਲ ਹੈ। ਧਨ ਇਸਤਰੀ ਹੈ, ਪਿਰ ਪਤੀ ਹੈ। ਉੱਥੇ ਪਤਨੀ ਤੇ ਪਤੀ ਦਾ ਜ਼ਿਕਰ ਹੋ ਰਿਹਾ ਹੈ। ਪਰ ਇਸ ਪੰਕਤੀ ਵਿੱਚ ਪਰਮੇਸ਼ਵਰ ਤੇ ਸਤਿਗੁਰੂ ਦੀ ਗੱਲ ਹੋ ਰਹੀ ਹੈ। ਤੇ ਇਸ ਪੰਕਤੀ ਨੂੰ ਨੋਟ ਰੱਖਿਓ, ਜਿਹਾ ਸਤਿਗੁਰ ਕਰ ਜਾਣਿਆ। ਕੀ ਜਾਣਨਾ? ਏਕ ਜੋਤ ਦੋਏ ਮੂਰਤੀ। ਸਾਡੇ ਲਈ ਸਤਿਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਗੁਰੂ ਗ੍ਰੰਥ ਸਾਹਿਬ ਹੀ ਆਪ ਪਰਮੇਸ਼ਵਰ ਹੈ, ਤੇ ਸਤਿਗੁਰੂ ਵੀ ਉਹ ਆਪ ਹੈ। ਇਹ ਦੋ ਮੂਰਤ ਨੇ, ਪਰ ਅੰਦਰ ਜੋਤ ਇੱਕੋ ਹੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਕਰਕੇ ਮੰਨਣਾ ਹੈ। ਇਸ ਧਰਤੀ ਤੇ ਰੱਬ ਦਾ ਰੋਜ਼ ਪ੍ਰਕਾਸ਼ ਹੁੰਦਾ, ਰੋਜ਼ ਰੱਬ ਦੀ ਆਵਾਜ਼ ਆਉਂਦੀ ਹੈ, ਪਰ ਨਹੀਂ ਜਾਣਿਆ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਸਤਿਗੁਰੂ ਦੇ ਚਰਨਾਂ 'ਚ ਬਖਸ਼ਿਸ਼ਾਂ ਲੈ ਲਈਆਂ। ਜਿਨ੍ਹਾਂ ਨੇ ਨਹੀਂ ਜਾਣਿਆ ਉਹ ਅੱਜ ਵੀ ਰੱਬ ਨੂੰ ਲੱਭਦੇ ਫਿਰਦੇ ਆ। ਰੱਬ ਕਿੱਥੇ ਹੈ? ਸਾਹਿਬ ਜੀ ਕਹਿੰਦੇ, ਨਾਨਕ ਗੁਰੂ ਅਮਰਦਾਸ ਜੀ ਕਹਿੰਦੇ, ਏਕ ਜੋਤ। ਰੋਜ਼ ਕੀ ਕਹਿੰਦੇ? ਉਹ 10 ਪਾਤਸ਼ਾਹੀਆਂ ਦੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਏਕ ਜੋਤ ਦੋਏ ਮੂਰਤੀ। ਦੋਏ ਮੂਰਤੀ ਦਾ ਮਤਲਬ ਇੱਕ ਸਤਿਗੁਰੂ ਤੇ ਇੱਕ ਪਰਮੇਸ਼ਵਰ, ਜਾਂ ਜਿਹਨੂੰ ਆਪਾਂ ਕਹਿੰਦੇ ਆ ਗੁਰ ਪਰਮੇਸ਼ਰ ਇੱਕੋ ਜਾਨ। ਗੁਰੂ ਤੇ ਪਰਮੇਸ਼ਰ ਇੱਕੋ ਹੀ ਹੈ, ਇੱਕੋ ਹੀ ਜੋਤ ਦੇ ਉਹ ਮਾਲਕ ਨੇ। ਏਕ ਜੋਤ ਦੋਏ ਮੂਰਤੀ। ਪਰ ਮਿਲਾਵਾ ਕਿਵੇਂ ਹੋਣਾ? ਸ਼ਬਦ ਮਿਲਾਵਾ ਹੋਏ। ਸ਼ਬਦ ਦੇ ਦੱਦੇ ਨੂੰ ਸਿਆਰੀ, ਸ਼ਬਦ ਦੁਆਰਾ, ਸ਼ਬਦ ਰਾਹੀਂ ਸਾਨੂੰ ਸਤਿਗੁਰੂ ਤੇ ਪਰਮੇਸ਼ਵਰ ਇੱਕ ਜੋਤ ਨੇ, ਭਾਵ ਇੱਕੋ ਹੀ ਰੂਪ ਹੈ। ਇਹੀ ਪਰਮੇਸ਼ਵਰ ਹੈ, ਇਹੀ ਸਤਿਗੁਰ ਹੈ। ਇਹ ਕਿਵੇਂ ਪਤਾ ਲੱਗੇਗਾ? ਸ਼ਬਦ ਮਿਲਾਵਾ ਹੋਏ। ਜਦੋਂ ਸ਼ਬਦ ਦਾ ਅਭਿਆਸ ਕਰਾਂਗੇ, ਜਦੋਂ ਸ਼ਬਦ ਦੀ ਕਮਾਈ ਕਰਾਂਗੇ, ਤਾਂ ਪਤਾ ਲੱਗੇਗਾ ਕਿ ਜਿਸ ਸਤਿਗੁਰੂ ਕੋਲ ਆਏ ਆ ਉਹੀ ਪਰਮੇਸ਼ਵਰ ਹੈ, ਤੇ ਸਤਿਗੁਰੂ ਰਾਹੀਂ ਹੀ ਪਰਮੇਸ਼ਵਰ ਦੀ ਪ੍ਰਾਪਤੀ ਹੋਣੀ ਹੈ। ਤੇ ਸਤਿਗੁਰੂ ਹੀ ਤਾਂ ਕਹਿ ਰਹੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਾਂ ਆਪਾਂ ਕਹਿੰਦੇ ਆ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਕਿਉਂਕਿ ਏਕ ਜੋਤ ਦੋਏ ਮੂਰਤੀ ਹੈ। ਸਤਿਗੁਰੂ ਦੇ ਦਰ ਤੇ ਭਾਵਨਾ ਨਾਲ ਆਈਏ, ਪਿਆਰ ਭਰੋਸੇ ਨਾਲ ਭਿੱਜ ਕੇ ਆਈਏ, ਤੇ ਸੱਚ ਜਾਣੋ ਫਿਰ ਜਿੱਦਾਂ ਦੀ ਭਾਵਨਾ ਲੈ ਕੇ ਆਵਾਂਗੇ ਉਦਾਂ ਦਾ ਹੀ ਸੁੱਖ ਸਾਡੀ ਝੋਲੀ ਵਿੱਚ ਪੈ ਜਾਏਗਾ। ਅਸੀਂ ਤ੍ਰੈ ਗੁਣੀ ਮਾਇਆ ਤੇ ਮੋਹ ਚੋਂ ਨਿਕਲ ਕੇ ਗੁਰਮੁਖ ਚੌਥਾ ਪਦ ਪਾਏ। ਉਸ ਅਵਸਥਾ ਵਿੱਚ ਆ ਕੇ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ। ਸੱਚਾ ਪਿੜ ਮੱਲਿਆ ਦੀ ਖੇਡ ਬਣਾਉਣ ਆਏ ਆ। ਤੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਸਗਲ ਦੁਆਰ ਕੋ ਛੱਡ ਕੇ
ਗਇਓ ਤੁਹਾਰੋ ਦੁਆਰ। ਸਾਰੇ ਦਰ ਛੱਡ ਕੇ ਤੁਹਾਡੇ ਦਰ ਤੇ ਆਏ ਆ, ਸਾਡੇ ਤੇ ਮਿਹਰ ਕਰ ਦਿਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੋਹੇਲੇ, ਤੁਮ ਹੀ ਸੱਜਣ ਸੋਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਇਹ ਅਰਦਾਸ ਕਰੀਏ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਰਬਾਰ ਖਾਲਸਾ ਲਾਹੌਰ ਵਿੱਚ ਸਜਾਇਆ ਜਾਂਦਾ ਸੀ। ਦੁਸ਼ਹਿਰੇ ਵਾਲੇ ਦਿਨ ਜਿੱਥੇ ਲੋਕ ਰਾਵਣ ਦਾ ਪੁਤਲਾ ਸਾੜਦੇ ਆ ਨਾ, ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਖਾਲਸਾ ਲਾਹੌਰ ਦੇ ਵਿੱਚ ਸਜਾਇਆ। ਉਹਦੇ ਵਿੱਚ ਸੂਰਵੀਰ ਯੋਧੇ, ਨੌਜਵਾਨ, ਚੜ੍ਹਦੀ ਕਲਾਂ ਵਾਲੇ ਆਪਣੇ ਆ ਕੇ ਜੌਹਰ ਦਿਖਾਉਂਦੇ ਹੁੰਦੇ ਸਨ। ਤੇ ਜਿਹੜੇ ਵਧੀਆ ਸੂਰਵੀਰ ਘੋੜ ਸਵਾਰੀ ਵਿੱਚ, ਸ਼ਸਤਰ ਚਲਾਉਣ ਵਿੱਚ, ਉਹਨਾਂ ਨੂੰ ਫਿਰ ਉਹ ਆਪਣੀ ਫੌਜ ਵਿੱਚ ਭਰਤੀ ਕਰ ਲੈਂਦਾ ਸੀ। ਇੱਕ ਦਰਬਾਰ ਖਾਲਸਾ ਵਿੱਚੋਂ ਹੀ ਸਰਦਾਰ ਹਰੀ ਸਿੰਘ ਨਲੂਏ ਵਰਗੇ ਨਿਕਲੇ ਨੇ। ਇਹ ਜਦੋਂ ਲਾਹੌਰ ਦਰਬਾਰ ਖਾਲਸਾ ਸਜਿਆ, ਜਦੋਂ ਜੌਹਰ ਵਿਖਾਏ ਤਾਂ ਹਰੀ ਸਿੰਘ ਨਲੂਏ ਨੇ ਜੌਹਰ ਵਿਖਾਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਵਿੱਚ ਫਿਰ ਭਰਤੀ ਕੀਤਾ ਸੀ। ਸਾਨੂੰ ਮਹਾਰਾਜ ਨੇ ਆਹ ਜਿਹੜਾ ਦਿੱਤਾ ਹੈ ਕਿ ਤੁਸੀਂ ਬਾਣੇ ਔਰ ਬਾਣੀ ਦੇ ਧਾਰਨੀ ਬਣ ਜਾਓ, ਤੇ ਇਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ 10 ਪੁਰਬ ਸਦਾ ਦਸ਼ਹਰੇ ਵਾਲਾ ਰੂਪ ਬਣ ਜਾਏਗਾ। ਅਸੀਂ ਆਪ ਵੀ ਬਾਣੀ ਦੇ ਧਾਰਨੀ ਬਣੀਏ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਦੇਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜਿਹਾ ਸਤਿਗੁਰ ਕਰ ਜਾਣਿਆ, ਤਿਹੋ ਜਿਹਾ ਸੁਖ ਹੋਏ। ਇਹ ਸਹਸਾ ਮੁਲੈ ਨਾਹੀ, ਪਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਇ ਮੂਰਤੀ, ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।